ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ 8 ਮਾਰਚ ਹੈ, ਦਿਨ ਮੰਗਲਵਾਰ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਚੋਣ ਨਤੀਜਿਆਂ ਬਾਰੇ ਗੱਲ ਕਰਾਂਗੇ। ਸਿਰਫ ਪੰਜਾਬ ਹੀ ਨਹੀਂ, ਪੂਰੇ 5 ਸੂਬਿਆਂ ਦੇ ਵਿੱਚ ਪਰਸੋਂ ਨੂੰ ਨਤੀਜੇ ਆ ਜਾਣਗੇ। ਅੱਜ ਤੇ ਕੱਲ ਦਾ ਦਿਨ ਹੀ ਬਾਕੀ ਬਚਿਆ ਹੈ ਤੇ ਚੋਣ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ ਕੀ ਕਹਿ ਰਹੇ ਨੇ, ਪੰਜਾਬ ਸਮੇਤ ਯੂਪੀ ਦੇ ਵਿੱਚ ਕਿਹਦੀ ਸਰਕਾਰ ਬਣਾ ਰਹੇ ਨੇ, ਉਹਦੀ ਜਾਣਕਾਰੀ ਤੁਹਾਨੂੰ ਦਿੰਨੇ ਹਾਂ। ਇਹ ਚੋਣ ਸਰਵੇ ਨੇ, ਹਾਲਾਂਕਿ ਜਿਹੜੇ ਚੋਣ ਸਰਵੇ ਹੁੰਦੇ ਨੇ ਉਹਨਾਂ ਤੇ ਪੇਡ ਹੋਣ ਦੇ ਇਲਜ਼ਾਮ ਵੀ ਲੱਗਦੇ ਨੇ। ਜਿਹੜੀ ਪਾਰਟੀ ਦੇ ਹੱਕ ਵਿੱਚ ਘੱਟ ਵੋਟਾਂ ਚੋਣ ਸਰਵੇ ਦਿੰਦੇ ਨੇ, ਉਹ ਪਾਰਟੀ ਹਮੇਸ਼ਾ ਹੀ ਇਹ ਇਲਜ਼ਾਮ ਲਾਉਂਦੀ ਹੈ ਕਿ ਇਹ ਦੂਸਰੀ ਪਾਰਟੀ ਨੇ ਪੈਸੇ ਦੇ ਕੇ ਚੋਣ ਸਰਵੇ ਕਰਵਾਇਆ ਹੈ। ਖੈਰ, ਐਤਕੀ ਜਿਹੜੀਆਂ ਕੰਪਨੀਆਂ ਨੇ ਚੋਣ ਸਰਵੇ ਕੀਤਾ ਹੈ ਉਹਨਾਂ ਦੇ ਵਿੱਚ ਚਾਣਕਿਆ, ਐਕਸਿਸ, ਸੀ ਵੋਟਰ, CSDS ਤੇ ਨਿਊਜ਼ ਐਕਸ। ਇਸ ਤੋਂ ਇਲਾਵਾ ਟਾਈਮਸ ਨਾਓ ਅਤੇ ਨਿਊਜ਼ 24 ਨੇ ਵੀ ਐਗਜ਼ਿਟ ਪੋਲ ਦਿੱਤਾ ਹੈ। ਤੇ ਜੇ ਐਗਜ਼ਿਟ ਪੋਲ ਦੀ ਗੱਲ ਮੰਨੀਏ ਤਾਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ। ਨਿਊਜ਼ ਟੂਡੇ ਚਾਣਕਿਆ ਦੇ ਵੱਲੋਂ ਤਾਂ ਆਮ ਆਦਮੀ ਪਾਰਟੀ ਨੂੰ 100 ਸੀਟਾਂ ਦੇ ਦਿੱਤੀਆਂ ਗਈਆਂ ਨੇ। ਚਾਣਕਿਆ ਦੇ ਮੁਤਾਬਿਕ ਆਮ ਆਦਮੀ ਪਾਰਟੀ ਨੂੰ 117 ਦੇ ਵਿੱਚੋਂ 100 ਸੀਟਾਂ ਮਿਲਣਗੀਆਂ, ਕਾਂਗਰਸ ਨੂੰ ਸਿਰਫ 10 ਸੀਟਾਂ, ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਸਿਰਫ 6 ਸੀਟਾਂ ਤੇ BJP ਦੇ ਗੱਠਜੋੜ ਨੂੰ 1 ਸੀਟ ਹੀ ਦਿੱਤੀ ਗਈ ਹੈ। ਉਸ ਤੋਂ ਬਾਅਦ ਜੇ ਇੰਡੀਆ ਟੁਡੇ ਦੇ ਸਰਵੇ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਨੂੰ 76 ਤੋਂ 90 ਸੀਟਾਂ, ਕਾਂਗਰਸ ਨੂੰ 19 ਤੋਂ 31 ਸੀਟਾਂ, ਅਕਾਲੀਆਂ ਨੂੰ 7 ਤੋਂ 11 ਸੀਟਾਂ ਤੇ BJP ਨੂੰ 1 ਤੋਂ 4 ਸੀਟਾਂ। ਇਸੇ ਤਰ੍ਹਾਂ ਜੇ ਸੀ ਵੋਟਰ ਦੀ ਗੱਲ ਕਰ ਰਹੀਏ ਤਾਂ ਸੀ ਵੋਟਰ ਨੇ ਵੀ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਹੈ। ਕਾਂਗਰਸ ਨੂੰ 22 ਤੋਂ 28, ਅਕਾਲੀ ਦਲ ਨੂੰ 20 ਤੋਂ 26 ਤੇ BJP ਨੂੰ 7 ਤੋਂ 13 ਸੀਟਾਂ ਆ ਸਕਦੀਆਂ ਨੇ। ਨਿਊਜ਼ 18 ਪੰਜਾਬ ਦਾ ਸਰਵੇ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ 62 ਤੋਂ 70 ਸੀਟਾਂ ਮਿਲਣਗੀਆਂ, ਕਾਂਗਰਸ ਨੂੰ 23 ਤੋਂ 31, ਅਕਾਲੀਆਂ ਨੂੰ 16 ਤੋਂ 24 ਸੀਟਾਂ ਐਤਕੀ ਮਿਲ ਸਕਦੀਆਂ ਨੇ ਤੇ BJP 1 ਤੋਂ 4 ਸੀਟਾਂ ਤੇ ਸਿਮਟ ਕੇ ਰਹਿ ਜਾਏਗੀ। ਇੰਡੀਆ ਟੁਡੇ ਦਾ ਸਰਵੇ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਨੂੰ 76 ਤੋਂ 90 ਸੀਟਾਂ, ਕਾਂਗਰਸ ਨੂੰ 19 ਤੋਂ 31, ਅਕਾਲੀਆਂ ਨੂੰ 7 ਤੋਂ 11 ਤੇ BJP ਨੂੰ 1 ਤੋਂ 4 ਸੀਟਾਂ ਮਿਲ ਸਕਦੀਆਂ ਨੇ। ਟਾਈਮਸ ਨਾਓ ਦਾ ਸਰਵੇ ਵੀ ਤੁਹਾਨੂੰ ਦੱਸ ਦਿੰਨੇ ਆ। ਇਸ ਮੁਤਾਬਿਕ ਆਮ ਆਦਮੀ ਪਾਰਟੀ ਨੂੰ 70 ਸੀਟਾਂ, ਕਾਂਗਰਸ ਨੂੰ 22 ਸੀਟਾਂ, ਅਕਾਲੀਆਂ ਨੂੰ 19 ਸੀਟਾਂ ਤੇ BJP ਨੂੰ 5 ਸੀਟਾਂ ਆਉਣਗੀਆਂ। ਇੰਡੀਆ ਨਿਊਜ਼ ਦੇ ਮੁਤਾਬਿਕ ਆਮ ਆਦਮੀ ਪਾਰਟੀ ਨੂੰ 39 ਤੋਂ 43 ਸੀਟਾਂ ਮਿਲ ਸਕਦੀਆਂ, ਕਾਂਗਰਸ ਨੂੰ 23 ਤੋਂ 26 ਸੀਟਾਂ, ਅਕਾਲੀ ਦਲ ਨੂੰ 22 ਤੋਂ 25 ਸੀਟਾਂ ਤੇ BJP ਨੂੰ 6 ਤੋਂ 8 ਸੀਟਾਂ ਮਿਲ ਸਕਦੀਆਂ ਨੇ। ਇਸੇ ਤਰ੍ਹਾਂ CSDS ਨੇ ਵੀ ਸਰਵੇ ਕੀਤਾ ਹੈ। ਇਸ ਕੰਪਨੀ ਦੇ ਮੁਤਾਬਿਕ BJP ਗੱਠਜੋੜ ਨੂੰ ਕੋਈ ਵੀ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੇਗੀ। ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ 19 ਤੋਂ 27 ਸੀਟਾਂ ਮਿਲ ਸਕਦੀਆਂ, ਆਮ ਆਦਮੀ ਪਾਰਟੀ ਨੂੰ 36 ਤੋਂ 46 ਸੀਟਾਂ ਅਤੇ ਇਸ ਸਰਵੇ ਦੇ ਮੁਤਾਬਿਕ ਕਾਂਗਰਸ ਨੂੰ ਵੱਧ ਸੀਟਾਂ ਮਿਲਣਗੀਆਂ, 46 ਤੋਂ 56 ਸੀਟਾਂ। ਤੇ ਇਸ ਸਰਵੇ ਦੇ ਮੁਤਾਬਿਕ ਪੰਜਾਬ ਦੇ ਵਿੱਚ ਬਹੁਮਤ ਕਿਸੇ ਨੂੰ ਨਹੀਂ ਮਿਲੇਗਾ, ਪਰ ਵੱਧ ਸੀਟਾਂ ਕਾਂਗਰਸ ਲੈ ਕੇ ਜਾਏਗੀ। ਜੇ ਬਹੁਮਤ ਨਹੀਂ ਮਿਲੇਗਾ ਤਾਂ ਜ਼ਾਹਿਰ ਤੌਰ ਤੇ ਪੰਜਾਬ ਦੇ ਵਿੱਚ ਗੱਠਜੋੜ ਦੀ ਸਰਕਾਰ ਬਣੇਗੀ। ਨਿਊਜ਼ ਐਕਸ ਨੇ ਵੀ ਸਰਵੇ ਕੀਤਾ ਹੈ। ਇਸ ਦੇ ਮੁਤਾਬਿਕ BJP ਗੱਠਜੋੜ ਨੂੰ 1 ਤੋਂ 6 ਸੀਟਾਂ ਮਿਲ ਸਕਦੀਆਂ ਨੇ, ਆਮ ਆਦਮੀ ਪਾਰਟੀ ਨੂੰ 56 ਤੋਂ 61 ਸੀਟਾਂ, ਯਾਨੀ ਕਿ ਸਰਕਾਰ ਬਣਾਉਣ ਦੇ ਚਾਂਸਸ ਨੇ ਇਸ ਮੁਤਾਬਿਕ ਆਮ ਆਦਮੀ ਪਾਰਟੀ ਦੇ। ਅਕਾਲੀ ਦਲ ਵੀ ਐਤਕੀ ਵਧਿਆ ਹੈ, 24 ਤੋਂ 29 ਸੀਟਾਂ ਮਿਲ ਸਕਦੀਆਂ ਤੇ ਕਾਂਗਰਸ ਨੂੰ 24 ਤੋਂ 29 ਸੀਟਾਂ, ਯਾਨੀ ਕਿ ਕਾਂਗਰਸ ਤੇ ਅਕਾਲੀ ਦਲ ਗੱਠਜੋੜ ਨੂੰ ਇੱਕੋ ਵਰਗੀਆਂ ਸੀਟਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਮਿਲਣਗੀਆਂ। ਤੇ ਇਹ ਸਾਰੇ ਚੋਣ ਸਰਵੇ ਨੇ। ਚੋਣ ਸਰਵੇ ਇੱਕ ਅਨੁਮਾਨਿਤ ਨਤੀਜਾ ਹੁੰਦੇ ਨੇ, ਅੰਦਾਜ਼ਨ ਨਤੀਜਾ ਹੁੰਦੇ ਨੇ, ਪਰ ਇਹ ਕਦੇ ਵੀ ਨਤੀਜਾ ਨਹੀਂ ਬਣਦੇ। ਪਿਛਲੀਆਂ ਚੋਣਾਂ ਦਾ ਰਿਕਾਰਡ ਦੇਖ ਲਈਏ ਤਾਂ ਚੋਣ ਸਰਵੇ ਨੇ ਜਿਹੜੇ ਉਹ ਜ਼ਿਆਦਾਤਰ ਫੇਲ ਹੁੰਦੇ ਰਹੇ ਨੇ। ਇਹਨਾਂ ਚੋਣ ਸਰਵੇਖਣਾਂ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਨੇ ਆਪਣਾ ਰਿਐਕਸ਼ਨ ਵੀ ਦਿੱਤਾ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਾਰੇ ਸਰਵੇਖਣਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ। ਚੋਣਾਂ ਤੋਂ ਪਹਿਲਾਂ ਆਖਰੀ ਕੁਝ ਦਿਨਾਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਨੇ ਵੇਖਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਚੋਣ ਸਰਵੇਖਣਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੋਣ ਸਰਵੇ ਬਾਰੇ ਕਿਹਾ ਕਿ ਸਾਨੂੰ ਚੋਣਾਂ ਤੋਂ ਪਹਿਲਾਂ ਤੇ ਮਗਰੋਂ ਕੀਤੇ ਚੋਣ ਸਰਵੇਖਣਾਂ ਤੇ ਯਕੀਨ ਨਹੀਂ ਹੈ। ਪਿਛਲੀਆਂ ਚੋਣਾਂ ਮੌਕੇ ਵੀ ਚੋਣ ਸਰਵੇ ਪੂਰੀ ਤਰ੍ਹਾਂ ਗਲਤ ਸਾਬਿਤ ਹੋਏ ਸੀ ਤੇ ਐਤਕੀ ਫਿਰ ਚੋਣ ਪੰਡਿਤ ਗਲਤ ਸਾਬਿਤ ਹੋਣਗੇ। ਅਕਾਲੀ ਦਲ ਵੱਡੇ ਬਹੁਮਤ ਨਾਲ ਸੱਤਾ ਦੇ ਵਿੱਚ ਆਵੇਗੀ। ਪਰ ਇਹਨਾਂ ਚੋਣ ਸਰਵੇਖਣਾਂ ਨੂੰ ਦੇਖ ਕੇ ਆਮ ਆਦਮੀ ਪਾਰਟੀ ਬਾਗੋ ਬਾਗ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਐਤਕੀ ਅਜਿਹੇ ਹਾਲਾਤ ਨਹੀਂ ਕਿ ਝਾੜੂ ਸਿਰਫ ਮਾਲਵੇ ਦੇ ਵਿੱਚ ਹੈ ਜਾਂ ਫਿਰ ਮਾਲਵੇ ਦਾ ਝਾੜੂ ਵੱਖਰਾ ਹੈ ਤੇ ਮਾਝੇ ਦੁਆਬੇ ਦਾ ਵੱਖਰਾ ਹੈ। ਐਤਕੀ ਕਹਿੰਦੇ ਝਾੜੂ ਨੇ ਸਾਰੇ ਕਿਤੇ ਕਮਾਲ ਕੀਤੀ ਪਈ ਹੈ।
ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਭਾਵੇਂ ਦਾਅਵੇ ਤਾਂ ਕਰ ਰਹੀਆਂ ਨੇ ਕਿ ਚੋਣ ਸਰਵੇ ਹਮੇਸ਼ਾ ਗਲਤ ਸਾਬਿਤ ਹੁੰਦੇ ਨੇ, ਪਰ ਵੱਡੇ ਜਿਹੜੇ ਧੁਰੰਤਰ ਹੈਗੇ ਨੇ ਸਿਆਸਤ ਦੇ, ਉਹਨਾਂ ਨੂੰ ਅੰਦਰੋਂ ਅੰਦਰੀ ਕੰਬਣੀ ਜ਼ਰੂਰ ਛਿੜੀ ਪਈ ਹੈ। ਐਤਕੀ ਪੰਜਾਬ ਦੇ ਲੋਕਾਂ ਨੇ ਇੰਨਾ ਕੁ ਭੇਦ ਰੱਖਿਆ ਹੈ ਵੋਟਾਂ ਕਿਹਨੂੰ ਪਾਈਆਂ ਨੇ ਇਸ ਗੱਲ ਦਾ, ਇਸ ਕਰਕੇ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਲੱਗ ਰਿਹਾ ਕਿ ਸਰਕਾਰ ਕਿਹਦੀ ਬਣਨੀ ਹੈ। ਹਾਲਾਂਕਿ ਸਰਵੇਖਣਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰ ਚਾਹੇ ਪੰਜਾਬ ਦੇ ਵਿੱਚ ਹੋਣ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਸਮਰਥਕ ਹੋਣ, ਖੁਸ਼ੀਆਂ ਮਨਾਉਣ ਦੇ ਪ੍ਰਬੰਧ ਕੀਤੇ ਜਾਣ ਲੱਗੇ ਨੇ। ਕੈਨੇਡਾ ਵਿਚਲੇ ਵਲੰਟੀਅਰ ਬਾਗੋ ਬਾਗ ਨੇ ਤੇ ਉਹਨਾਂ ਨੇ ਚੋਣ ਨਤੀਜੇ ਦੇਖਣ ਦੇ ਲਈ ਖਾਸ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ। ਵੱਡੀਆਂ ਸਕਰੀਨਾਂ ਦੇ ਉੱਤੇ ਚੋਣ ਨਤੀਜੇ ਦੇਖੇ ਜਾਣਗੇ ਤੇ ਉਧਰ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਵਿੱਚ ਵੀ ਖੁਸ਼ੀ ਮਨਾਈ ਜਾ ਰਹੀ ਹੈ। ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਹੈ ਤੇ ਪਿੰਡ ਵਾਸੀਆਂ ਨੂੰ ਪੂਰਾ ਯਕੀਨ ਹੋ ਚੁੱਕਿਆ ਹੈ ਇਹਨਾਂ ਚੋਣ ਸਰਵੇ ਤੋਂ ਬਾਅਦ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਭਗਵੰਤ ਮਾਨ ਹੀ ਬਣ ਜਾ ਰਹੇ ਨੇ। ਵੋਟਾਂ 20 ਫਰਵਰੀ ਨੂੰ ਪਈਆਂ ਸੀ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਲਗਾਤਾਰ ਸ਼ਾਂਤ ਸਨ ਅਤੇ ਵੋਟਾਂ ਤੋਂ 2 ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਵੀ ਸਰਗਰਮ ਹੋਏ ਨੇ ਤੇ ਕਈ ਦਿਨ ਬਾਅਦ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਨੇ ਐਗਜ਼ਿਟ ਪੋਲ ਤੋਂ ਪਹਿਲਾਂ ਪਾਰਟੀ ਲੀਡਰਾਂ ਤੋਂ ਫੀਡਬੈਕ ਲਈ। ਨਵਜੋਤ ਸਿੰਘ ਸਿੱਧੂ ਨੇ ਵੀ ਕਹਿੰਦੇ ਮੀਟਿੰਗ ਦੇ ਵਿੱਚ ਕਿਹਾ ਹੈ ਕਿ ਐਤਕੀ ਸਿਆਸੀ ਸਥਿਤੀ ਕਿਧਰੇ ਵੀ ਸਪਸ਼ਟ ਨਹੀਂ ਹੈ। ਕਾਰਜਕਾਰੀ ਪ੍ਰਧਾਨਾਂ ਤੇ ਲੀਡਰਾਂ ਨਾਲ ਚੋਣਾਂ ਬਾਰੇ ਨਵਜੋਤ ਸਿੰਘ ਸਿੱਧੂ ਨੇ ਚਰਚਾ ਕੀਤੀ ਤੇ ਐਤਕੀ ਖਾਸ ਤੌਰ ਤੇ ਸਿਆਸੀ ਕਰੀਅਰ ਦਾ ਤੇ ਲੱਗਿਆ ਹੋਇਆ ਪ੍ਰਕਾਸ਼ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਬਲਵੀਰ ਸਿੰਘ ਰਾਜੇਵਾਲ ਜਿਹੜੇ ਪਹਿਲੀ ਵਾਰੀ ਚੋਣ ਮੈਦਾਨ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਆਸ ਲੈ ਕੇ ਨਿਤਰੇ ਸੀ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਉਹ ਵੀ ਭਾਵੇਂ ਅੰਮ੍ਰਿਤਸਰ ਦੇ ਵਿੱਚ ਜਿੱਤ ਦੇ ਸਾਫ਼ ਦਿਖਾਈ ਦੇ ਰਹੇ ਨੇ, ਪਰ ਫਿਰ ਵੀ ਜੇ ਕਿਤੇ ਅੰਮ੍ਰਿਤਸਰ ਦੇ ਵਿੱਚ ਨਤੀਜੇ ਹੋਰ ਆ ਜਾਂਦੇ ਨੇ ਤਾਂ ਕਾਫੀ ਕੁਝ ਬਦਲ ਸਕਦਾ ਹੈ। ਤੇ ਐਤਕੀ ਚੋਣ ਨਤੀਜੇ ਸਾਫ਼ ਤੇ ਸਪਸ਼ਟ ਨਾ ਦਿਖਾਈ ਦਿੰਦੇ ਹੋਣ ਕਰਕੇ ਵੱਡੇ ਜਿਹੜੇ ਉਮੀਦਵਾਰ ਨੇ ਸਿਆਸੀ ਪਾਰਟੀਆਂ ਦੇ, ਉਹ ਗਿਣਤੀ ਕੇਂਦਰਾਂ ਦੇ ਵਿੱਚ ਚੋਣ ਨਤੀਜਿਆਂ ਦਾ ਰੁਖ ਵੇਖ ਕੇ ਹੀ ਜਾਣਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰੋਂ ਹੀ ਚੋਣ ਨਤੀਜਿਆਂ ਤੇ ਨਜ਼ਰ ਰੱਖਣਗੇ, ਜਦਕਿ ਲੰਬੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਪੂਰੇ ਚਾਅ ਨਾਲ ਗਿਣਤੀ ਕੇਂਦਰਾਂ ਦੇ ਵਿੱਚ ਜਾਣਗੇ। ਇਸੇ ਤਰ੍ਹਾਂ ਹੋਰ ਵੀ ਕਈ ਉਮੀਦਵਾਰ ਨੇ, ਕਈ ਪਾਰਟੀਆਂ ਦੇ, ਜਿਹੜੇ ਚੋਣ ਨਤੀਜਿਆਂ ਦਾ ਰੁਖ ਵੇਖ ਕੇ ਹੀ ਕੇਂਦਰਾਂ ਦੇ ਵਿੱਚ ਜਾਣ ਦਾ ਮਨ ਬਣਾਈ ਬੈਠੇ ਨੇ। ਪੰਜਾਬ ਤੋਂ ਬਾਅਦ ਹੁਣ ਦੂਜੇ ਸੂਬਿਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਬਾਰੇ ਚੋਣ ਸਰਵੇ ਕੀ ਕਹਿੰਦੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਯੂਪੀ ਦੀ ਗੱਲ ਕਰ ਲਈਏ ਤਾਂ ਚੋਣ ਸਰਵੇ ਨੇ ਇੱਥੇ ਮੁੜ ਬੀਜੇਪੀ ਦੀ ਸਰਕਾਰ ਬਣਾਈ ਹੈ। ਉੱਤਰਾਖੰਡ ਦੇ ਵਿੱਚ ਵੀ ਬੀਜੇਪੀ ਦਾ ਹੱਥ ਉੱਤੇ ਦੱਸਿਆ ਜਾ ਰਿਹਾ ਹੈ। ਇਸੇ ਦੇ ਨਾਲ ਮਨੀਪੁਰ ਤੇ ਗੋਆ ਦੇ ਵਿੱਚ ਵੀ ਐਤਕੀ ਬੀਜੇਪੀ ਦੀ ਸਰਕਾਰ ਬਣਦੀ ਦਿਖਾਈ ਗਈ ਹੈ, ਪਰ ਚੋਣ ਸਰਵੇਖਣਾਂ ਦੇ ਵਿੱਚ ਹਾਲਾਂਕਿ ਕੁਝ ਚੋਣ ਸਰਵੇਖਣਾਂ ਵਿੱਚ ਪਹਾੜੀ ਸੂਬੇ ਉੱਤਰਾਖੰਡ ਵਿੱਚ ਬੀਜੇਪੀ ਤੇ ਕਾਂਗਰਸ ਦਰਮਿਆਨ ਬਰਾਬਰ ਦੀ ਟੱਕਰ ਹੈ। ਗੋਆ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ। ਐਨਡੀਟੀਵੀ ਵੱਲੋਂ ਕੀਤੇ ਪੋਲ ਆਫ ਪੋਲਸ ਦੇ ਸਰਵੇ ਦੀ ਗੱਲ ਮੰਨੀਏ ਤਾਂ 5 ਸੂਬਿਆਂ ਵਿੱਚੋਂ 4 ਵਿੱਚ ਬੀਜੇਪੀ ਦੀ ਮੁੜ ਸਰਕਾਰ ਬਣ ਰਹੀ ਹੈ, ਜਦਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ 67 ਸੀਟਾਂ ਨਾਲ ਸਰਕਾਰ ਬਣਾਉਣ ਦੇ ਆਸਾਰ ਵਿੱਚ ਹੈ। ਤੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤਦਾਨ ਦੇ ਵੱਡੇ ਮਹਾਰਥੀ ਦਿੱਲੀ ਪਹੁੰਚੇ ਹੋਏ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਨੇ ਤੇ ਅਮਿਤ ਸ਼ਾਹ ਦੇ ਨਾਲ ਹੋਈ ਇਸ ਬੈਠਕ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਹਾਲਾਂਕਿ ਕੈਪਟਨ ਨੇ ਇਸ ਮੀਟਿੰਗ ਨੂੰ ਗੈਰ ਸਿਆਸੀ ਮੀਟਿੰਗ ਦੱਸਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹਨਾਂ ਨੇ BBMP ਦੇ ਵਿੱਚ ਪੰਜਾਬ ਦੀ ਮੈਂਬਰਸ਼ਿਪ ਖਤਮ ਕਰਨ ਦਾ ਮੁੱਦਾ ਗ੍ਰਹਿ ਮੰਤਰੀ ਦੇ ਕੋਲ ਚੁੱਕਿਆ ਹੈ। ਸੋ ਇਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਪਰਸੋਂ ਨੂੰ ਆ ਰਹੇ ਨੇ ਤਾਂ ਰਾਜ ਸਭਾ ਦੀਆਂ 5 ਸੀਟਾਂ ਦੇ ਲਈ ਵੀ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ। 5 ਸੀਟਾਂ ਸਣੇ ਰਾਜ ਸਭਾ ਦੀਆਂ ਪੂਰੇ ਦੇਸ਼ ਵਿੱਚ 13 ਸੀਟਾਂ ਦੇ ਲਈ ਚੋਣ 31 ਮਾਰਚ ਨੂੰ ਹੋਵੇਗੀ। ਚੋਣ ਕਮਿਸ਼ਨ 14 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕਰੇਗਾ। ਸੋ ਐਤਕੀ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਬਣੂਗੀ, ਕਿਹੜਾ ਜਿੱਤ ਦਾ ਜਸ਼ਨ ਮਨਾਊਗਾ ਤੇ ਕਿਸ ਨੂੰ ਹਾਰ ਦੀ ਗਮੀ ਹੋਊਗੀ, ਕਿਹੜੇ ਲੀਡਰਾਂ ਦਾ ਸਿਆਸੀ ਕਰੀਅਰ ਖਤਮ ਹੋ ਜਾਊਗਾ, ਸਾਰੀ ਜਿਹੜੀ ਕਵਰੇਜ ਹੈ ਉਹ ਦਾ ਖਾਲਸ ਟੀਵੀ ਤੇ ਅਸੀਂ 10 ਮਾਰਚ ਨੂੰ ਸਵੇਰੇ 7 ਵਜੇ ਤੋਂ ਤੁਹਾਨੂੰ ਲਗਾਤਾਰ ਲਾਈਵ ਦਿਖਾਉਂਦੇ ਰਹਾਂਗੇ। ਹਰ ਸੀਟ ਦੀ 117 ਸੀਟਾਂ ਦੀ ਜਿਹੜੀ ਸਹੀ ਤੇ ਸਟੀਕ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇਵਾਂਗੇ। ਦੂਜੀ ਖਬਰ ਹੈ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਕੌਮਾਂਤਰੀ ਨਾਰੀ ਦਿਹਾੜਾ ਮਨਾਇਆ ਜਾਵੇਗਾ। ਇਸ ਦਿਨ ਔਰਤਾਂ ਨੂੰ ਲੈ ਕੇ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਕਾਫੀ ਥਾਵਾਂ ਤੇ ਪ੍ਰੋਗਰਾਮ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
ਦੇ ਵੱਲੋਂ ਵੀ 10 ਜ਼ਿਲ੍ਹਿਆਂ ਦੇ ਵਿੱਚ ਮਹਿਲਾ ਦਿਵਸ ਮਨਾਇਆ ਜਾਵੇਗਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਇੱਕ ਪ੍ਰਦਰਸ਼ਨੀ ਹੈ ਜਿਹੜੀ ਉਹ ਔਰਤਾਂ ਦੇ ਹੱਕਾਂ ਨੂੰ ਲੈ ਕੇ ਲਾਈ ਜਾ ਰਹੀ ਹੈ। ਦੁਪਹਿਰੇ 3 ਵਜੇ ਤੋਂ ਬਾਅਦ ਤੁਸੀਂ ਸਟੂਡੈਂਟ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਾ ਕੇ ਇਹ ਪ੍ਰਦਰਸ਼ਨੀ ਦੇਖ ਸਕਦੇ ਹੋ। ਕੱਲ BBMB ਦੇ ਵਿੱਚ ਪੰਜਾਬ ਦੇ ਹੱਕ ਖੋਹੇ ਜਾਣ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਬੈਠਕ ਵੀ ਕੀਤੀ। ਇਸ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ 25 ਮਾਰਚ ਨੂੰ ਚੰਡੀਗੜ੍ਹ ਦੇ ਗਵਰਨਰ ਹਾਊਸ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ। ਲੁਧਿਆਣੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਬੈਠਕ ਦੇ ਵਿੱਚ ਡਾਕਟਰ ਦਰਸ਼ਨਪਾਲ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੇ ਲੀਡਰ ਪਹੁੰਚੇ ਹੋਏ ਸੀ। ਅੰਮ੍ਰਿਤਸਰ ਵਿੱਚ BSF ਦੇ ਹੈੱਡਕੁਆਟਰ ਖਾਸਾ ਵਿੱਚ ਜਿਹੜਾ ਗੋਲੀकांड ਵਾਪਰਿਆ ਹੈ ਉਸ ਦੀ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ MP ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਵੱਲੋਂ GST ਦੀ ਘੱਟੋ-ਘੱਟ ਦਰ 5% ਤੋਂ ਵਧਾ ਕੇ 8% ਕਰਨ ਦੀ ਯੋਜਨਾ ਨੂੰ ਜਨ ਵਿਰੋਧੀ ਫੈਸਲਾ ਕਰਾਰ ਦਿੱਤਾ ਹੈ। ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਨੂੰ GST ਦੇ ਦਾਇਰੇ ਵਿੱਚ ਲੈ ਕੇ ਆਵੇ ਤੇ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਦੇ ਵਿੱਚ ਮਦਦ ਕਰੇ, ਨਾ ਕਿ ਟੈਕਸ ਨੂੰ ਵਧਾ ਕੇ ਲੋਕਾਂ ਦੇ ਉੱਤੇ ਭਾਰ ਸੁੱਟੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਕੱਲ ਹਰਿਆਣਾ ਪਹੁੰਚੇ ਹੋਏ ਸੀ। ਉੱਥੇ ਪਹੁੰਚੇ ਰਾਕੇਸ਼ ਟਿਕੈਤ ਨੇ ਮੁੜ ਮੋਰਚਾ ਸ਼ੁਰੂ ਕੀਤੇ ਜਾਣ ਦੇ ਸੰਕੇਤ ਦਿੱਤੇ ਨੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕੀਤੇ ਸਮਝੌਤੇ ਤੋਂ ਪਾਸਾ ਵੱਟ ਰਹੀ ਹੈ, ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਫਿਰ ਕਿਸਾਨੀ ਅੰਦੋਲਨ ਸ਼ੁਰੂ ਕਰਨਾ ਪਵੇਗਾ। ਟਿਕੈਤ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਅਗਲੇ ਅੰਦੋਲਨ ਲਈ ਕਿਸਾਨ ਜਥੇਬੰਦੀਆਂ ਛੋਟੀਆਂ ਕਿਸਾਨ ਪੰਚਾਇਤਾਂ ਕਰਕੇ ਕਿਸਾਨਾਂ ਨਾਲ ਹੋਈ ਧੋਖਾਧੜੀ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਤੇ ਇਸ ਨੂੰ ਸਾਂਝੀ ਮੁਹਿੰਮ ਬਣਾ ਕੇ ਚਲਾਇਆ ਜਾਵੇ। ਉਹਨਾਂ ਕਿਹਾ ਕਿ 2023 ਦੇ ਵਿੱਚ ਇੱਕ ਵਾਰੀ ਫਿਰ ਕਿਸਾਨਾਂ ਤੇ ਆਮ ਲੋਕਾਂ ਨੂੰ ਜੁੜਨਾ ਤੇ ਜੋੜਨਾ ਪਵੇਗਾ। ਟਿਕੈਤ ਨੇ ਦਾਅਵਾ ਕੀਤਾ ਹੈ ਕਿ UP ਦੇ ਵਿੱਚ ਸੱਤਾਧਾਰੀ ਪਾਰਟੀ ਯਾਨੀ ਕਿ BJP ਨੂੰ ਉਸਦੇ ਕਰਮਾਂ ਦੀ ਸਜ਼ਾ ਜ਼ਰੂਰ ਮਿਲੇਗੀ, ਯਾਨੀ ਕਿ ਸਰਕਾਰ BJP ਦੀ ਨਹੀਂ ਬਣੇਗੀ। ਪੰਜਾਬ ਦੀ ਮੁਫਤ ਬੱਸ ਸਫ਼ਰ ਸਹੂਲਤ ਦੀ ਗੱਲ ਕਰ ਲਈਏ ਤਾਂ ਔਰਤਾਂ ਨੂੰ ਮੁਫਤ ਬੱਸ ਸੇਵਾ ਮੁਹੱਈਆ ਕਰਵਾਉਣ ਤੋਂ ਬਾਅਦ ਪਨ ਬੱਸ ਦਾ ਖਜ਼ਾਨਾ ਇੰਨਾ ਕੁ ਖਾਲੀ ਹੋ ਚੁੱਕਿਆ ਹੈ ਕਿ ਡੀਜ਼ਲ ਵਾਸਤੇ ਪੈਸੇ ਨਾ ਹੋਣ ਕਰਕੇ ਬੱਸਾਂ ਬੰਦ ਹੋਣ ਦੇ ਕਿਨਾਰੇ ਪਹੁੰਚ ਗਈਆਂ ਨੇ। ਵਿਭਾਗ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ ਹੈ। ਜਾਣਕਾਰੀ ਮੁਤਾਬਿਕ ਸਰਕਾਰ ਨੇ ਔਰਤਾਂ ਦੇ ਮੁਫਤ ਸਫ਼ਰ ਲਈ 1 ਕਰੋੜ 70 ਲੱਖ ਰੁਪਏ ਦਾ ਬਜਟ ਰੱਖਿਆ ਸੀ, ਜਿਹੜਾ ਕਿ 2 ਮਹੀਨੇ ਵਿੱਚ ਹੀ ਪੂਰਾ ਹੋ ਗਿਆ ਸੀ ਤੇ ਹੁਣ ਵਿਭਾਗ ਦੇ ਹਾਲਾਤ ਅਜਿਹੇ ਬਣ ਗਏ ਨੇ ਕਿ ਪਨ ਬੱਸ ਕੋਲ ਤਨਖਾਹ ਦੇਣ ਦੀ ਗੱਲ ਤਾਂ ਬਹੁਤ ਦੂਰ, ਆਪਣੀਆਂ ਬੱਸਾਂ ਵਿੱਚ ਡੀਜ਼ਲ ਪਵਾਉਣ ਲਈ ਵੀ ਪੈਸੇ ਨਹੀਂ ਹਨ। ਇਹ ਸਾਰੀ ਜਾਣਕਾਰੀ ਬੱਸ ਯੂਨੀਅਨ ਦੇ ਅਹੁਦੇਦਾਰਾਂ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਕਾਮਿਆਂ ਦੀਆਂ ਹੋਰ ਮੰਗਾਂ ਮੰਨਣ ਤੋਂ ਵੀ ਚੁੱਪ ਬੈਠੀ ਹੋਈ ਹੈ ਤੇ ਜੇ ਸਰਕਾਰ ਜਾਂ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ, ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ, ਸੰਘਰਸ਼ ਦੌਰਾਨ ਕੱਢੇ ਕਾਮਿਆਂ ਨੂੰ ਬਹਾਲ ਕਰਨ ਸਮੇਤ ਹੋਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਪਨ ਬੱਸ ਤੇ PRTC ਦੇ ਡਿਪੂ ਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸੋ ਇਹ ਚੇਤਾਵਨੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣੇਗੀ ਉਹਦੇ ਲਈ ਇਹ ਵੱਡੀ ਚੁਣੌਤੀ ਹੋਵੇਗੀ। ਬੁਲੇਟਿਨ ਦੇ ਵਿੱਚ ਹੁਣ ਤੁਹਾਨੂੰ ਰੂਸ ਯੂਕਰੇਨ ਜੰਗ ਦੇ ਨਾਲ ਜੁੜੀਆਂ ਅਪਡੇਟਸ ਦੇ ਦਿੰਨੇ ਹਾਂ। ਅੱਜ ਦੋਵਾਂ ਮੁਲਕਾਂ ਦੇ ਵਿਚਾਲੇ ਯੁੱਧ ਸ਼ੁਰੂ ਹੋਏ ਨੂੰ 13ਵਾਂ ਦਿਨ ਹੋ ਗਿਆ ਤੇ 12ਵੇਂ ਦਿਨ ਰੂਸ ਤੇ ਯੂਕਰੇਨ ਦੇ ਵਿਚਾਲੇ ਬੇਲਾਰੂਸ ਦੇ ਵਿੱਚ ਗੱਲਬਾਤ ਦਾ ਤੀਸਰਾ ਦੌਰ ਸ਼ੁਰੂ ਹੋ ਚੁੱਕਿਆ। ਦੋਵਾਂ ਪੱਖਾਂ ਦੇ ਵਿਚਾਲੇ 2 ਦੌਰ ਦੀ ਗੱਲਬਾਤ ਹਾਲਾਂਕਿ ਨਾਕਾਮ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਗੱਲਬਾਤ ਦੇ ਕੇਂਦਰ ਦੇ ਵਿੱਚ ਇੱਕ ਵਾਰ ਫਿਰ ਮਨੁੱਖੀ ਕੋਰੀਡੋਰ ਦਾ ਮੁੱਦਾ ਰਹੇਗਾ ਤੇ ਇਸ ਕੋਰੀਡੋਰ ਦੇ ਵਿੱਚੋਂ ਯੂਕਰੇਨ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜਿਹੜੀ ਮੰਗ ਹੈ ਉਹ ਰੱਖੀ ਜਾਏਗੀ ਤੇ ਗੱਲਬਾਤ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਯੂਕਰੇਨ ਦੇ ਵੱਲੋਂ ਗੱਲਬਾਤ ਕਰਨ ਗਏ ਨੁਮਾਇੰਦੇ ਮਿਖਾਈਲੋ ਪੋਦੋਲੋਕ ਨੇ ਰੂਸ ਨੂੰ ਨਾਗਰਿਕਾਂ ਤੇ ਹਮਲੇ ਰੋਕਣ ਦੀ ਅਪੀਲ ਵੀ ਕੀਤੀ। ਯੂਨਾਈਟਿਡ ਨੇਸ਼ਨਸ ਦੇ ਮੁਤਾਬਿਕ ਯੁੱਧਗ੍ਰਸਤ ਯੂਕਰੇਨ ਤੋਂ ਹੁਣ ਤੱਕ 17 ਲੱਖ ਲੋਕ ਨਿਕਲ ਚੁੱਕੇ ਨੇ। ਯੂਕਰੇਨ ਦੇ ਦੱਖਣੀ ਤੇ ਪੂਰਬੀ ਇਲਾਕਿਆਂ ਦੇ ਸ਼ਹਿਰੀ ਕੇਂਦਰਾਂ ਤੇ ਰੂਸ ਦੀ ਭਾਰੀ ਬੰਬਾਰੀ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਯੁੱਧ ਵਿਰਾਮ ਟੁੱਟਣ ਤੋਂ ਬਾਅਦ ਮਨੁੱਖੀ ਕੋਰੀਡੋਰ ਬਣਾਉਣ ਦੀ ਕੋਸ਼ਿਸ਼ ਵੀ ਨਾਕਾਮ ਹੋ ਗਈ ਸੀ। ਹਾਲਾਂਕਿ ਸੋਮਵਾਰ ਨੂੰ ਫਿਰ ਰੂਸ ਨੇ ਯੂਕਰੇਨ ਦੇ ਕੁਝ ਸ਼ਹਿਰਾਂ ਦੇ ਵਿੱਚ ਯੁੱਧਬੰਦੀ ਦਾ ਐਲਾਨ ਕੀਤਾ ਹੈ, ਗੋਲੀਬੰਦੀ ਦਾ ਐਲਾਨ ਕੀਤਾ ਹੈ ਤਾਂ ਕਿ ਲੋਕ ਸੁਰੱਖਿਅਤ ਯੂਕਰੇਨ ਦੇ ਵਿੱਚੋਂ ਨਿਕਲ ਸਕਣ। ਪਰ ਜਿਹੜਾ ਲਾਂਘਾ ਦਿੱਤਾ ਗਿਆ ਹੈ ਉਸ ਤੇ ਯੂਕਰੇਨ ਨੇ ਸਖਤ ਇਤਰਾਜ਼ ਜਤਾਇਆ ਹੈ ਕਿ ਰੂਸ ਨੇ ਜਾਣਬੁੱਝ ਕੇ ਰੂਸ ਅਤੇ ਬੇਲਾਰੂਸ ਤੱਕ ਹੀ ਜਾਣ ਦਾ ਰਾਹ ਦਿੱਤਾ ਹੈ। ਯੂਕਰੇਨ ਨੇ ਇਲਜ਼ਾਮ ਲਾਇਆ ਕਿ ਰੂਸੀ ਫੌਜ ਹਸਪਤਾਲਾਂ, ਨਰਸਰੀਆਂ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਨਾਗਰਿਕ ਫੌਜ ਦੇ ਹਮਲੇ ਵਿੱਚ ਫਸੇ ਹੋਏ ਨੇ, ਜਦਕਿ ਰੂਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਰੂਸ ਦੀ ਫੌਜ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸ ਨੇ ਦਾਅਵਾ ਕੀਤਾ ਹੈ ਕਿ ਸਾਡੀ ਫੌਜ ਯੂਕਰੇਨ ਦੇ ਰਾਸ਼ਟਰਵਾਦੀਆਂ ਅਤੇ ਨਵ-ਨਾਜ਼ੀਆਂ ਦੇ ਖਿਲਾਫ ਖਾਸ ਫੌਜੀ ਆਪਰੇਸ਼ਨ ਚਲਾ ਰਹੀ ਹੈ।
ਤੇ ਰੂਸ ਦੇ ਇਸ ਹਮਲੇ ਤੋਂ ਬਾਅਦ ਕੱਚੇ ਤੇਲ ਦੇ ਭਾਅ ਰਿਕਾਰਡ ਵਾਧੇ ਤੇ ਪਹੁੰਚ ਗਏ ਨੇ। ਭਾਅ $139 ਪ੍ਰਤੀ ਬੈਰਲ ਤੱਕ ਪਹੁੰਚ ਗਿਆ, ਜਦਕਿ ਗੈਸ ਦੀ ਅਗਲੇ ਦਿਨ ਦੀ ਡਿਲੀਵਰੀ ਦੀ ਕੀਮਤ ਵੀ ਵੱਧ ਕੇ ਦੁੱਗਣੀ ਹੋ ਗਈ ਹੈ। ਕੱਚੇ ਤੇਲ ਦੇ ਭਾਅ ਵਧਣ ਤੋਂ ਬਾਅਦ ਪਹਿਲੀ ਵਾਰੀ ਬਰਤਾਨੀਆ ਦੇ ਵਿੱਚ ਪੈਟਰੋਲ ਦੀ ਔਸਤਨ ਕੀਮਤ £1.55 ਪ੍ਰਤੀ ਲੀਟਰ ਤੇ ਪਹੁੰਚ ਗਈ ਹੈ ਅਤੇ ਅਮਰੀਕਾ ਨੇ ਰੂਸ ਤੋਂ ਤੇਲ ਤੇ ਗੈਸ ਦੀ ਖਰੀਦ ਰੋਕਣ ਦੇ ਸੰਕੇਤ ਵੀ ਦੇ ਦਿੱਤੇ ਨੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੈਨੇਡਾ ਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਲੰਡਨ ਦੇ ਵਿੱਚ ਗੱਲਬਾਤ ਕਰ ਰਹੇ ਨੇ। ਪੱਛਮੀ ਮੁਲਕ ਰੂਸ ਤੇ ਹੋਰ ਰੋਕਾਂ ਲਾਉਣ ਦੀ ਤਿਆਰੀ ਵਿੱਚ ਨੇ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਯੂਕਰੇਨ ਦੇ ਵਿੱਚੋਂ ਨਿਕਲ ਰਹੇ ਲੋਕਾਂ ਬਾਰੇ ਰਾਹਤ ਭਰਿਆ ਬਿਆਨ ਦਿੰਦਿਆਂ ਕਿਹਾ ਕਿ ਯੂਕਰੇਨ ਛੱਡ ਕੇ ਭੱਜ ਰਹੇ ਲੋਕਾਂ ਪ੍ਰਤੀ ਸਾਡੀ ਸਰਕਾਰ ਕਾਫੀ ਉਦਾਰ ਰਹੇਗੀ, ਨਰਮ ਰਹੇਗੀ, ਪਰ ਉਹਨਾਂ ਨੂੰ ਬਿਨਾਂ ਰੋਕ ਟੋਕ ਦੇ ਬਰਤਾਨੀਆ ਦੇ ਵਿੱਚ ਨਹੀਂ ਆਉਣ ਦੇਵੇਗੀ। ਭਾਰਤੀ ਵਿਦਿਆਰਥੀਆਂ ਦੀ ਗੱਲ ਕਰ ਲਈਏ ਤਾਂ ਹਾਲੇ ਤੱਕ ਵੀ ਸੂਮੀ ਦੇ ਵਿੱਚ ਭਾਰਤੀ ਵਿਦਿਆਰਥੀ ਫਸੇ ਹੋਏ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕੱਲ ਯੂਕਰੇਨ ਅਤੇ ਰੂਸ ਦੇ ਰਾਸ਼ਟਰਪਤੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਤੋਂ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਮਦਦ ਵੀ ਮੰਗੀ ਤੇ ਸੂਮੀ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੇ ਕਿਤੇ ਨਾ ਕਿਤੇ ਹੁਣ ਉੱਥੋਂ ਨਿਕਲਣ ਦੀ ਆਸ ਹੈ ਜਿਹੜੀ ਉਹ ਛੱਡ ਦਿੱਤੀ ਹੈ। ਵਿਦਿਆਰਥੀਆਂ ਦੀ ਆਸ ਟੁੱਟਣ ਲੱਗੀ ਹੈ ਕਿਉਂਕਿ ਹਾਲੇ ਵੀ ਉੱਥੇ 700 ਵਿਦਿਆਰਥੀ ਫਸੇ ਹੋਏ ਨੇ ਤੇ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਦੇ ਵਿੱਚ ਫਸੇ ਹੋਏ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੇ ਵਿੱਚ ਡਾਕਟਰ ਕਰਨ ਸਿੰਘ ਸੰਧੂ ਨੇ ਕਾਫੀ ਮੁਸ਼ੱਕਤ ਕੀਤੀ ਹੈ ਤੇ ਲਗਾਤਾਰ ਕਰ ਰਹੇ ਨੇ। ਡਾਕਟਰ ਕਰਨ ਸੰਧੂ ਦੀ ਮਦਦ ਨਾਲ ਕਰੀਬ 1350 ਵਿਦਿਆਰਥੀ ਯੂਕਰੇਨ ਤੋਂ ਸੁਰੱਖਿਅਤ ਬਾਹਰ ਨਿਕਲੇ ਨੇ ਤੇ ਹਾਲੇ ਵੀ ਡਾਕਟਰ ਕਰਨ ਸੰਧੂ ਉੱਥੇ ਡਟੇ ਹੋਏ ਨੇ। ਪੂਰਬੀ ਇਲਾਕਿਆਂ ਦੇ ਵਿੱਚ ਫਸੇ ਵਿਦਿਆਰਥੀਆਂ ਦੀ ਹਾਲਤ ਕਾਫੀ ਤਰਸਯੋਗ ਹੈ। ਪਿੰਡ ਘੋਲੀਆ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਵਾਪਸ ਆ ਕੇ ਆਪ ਬੀਤੀ ਸੁਣਾਈ ਹੈ, ਜਿਹੜਾ ਕਿ ਲੰਬੀ ਜੱਦੋਜਹਿਦ ਤੋਂ ਬਾਅਦ ਘਰੇ ਪਰਤਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੁਆਰੇਆਣਾ ਦਾ ਖੁਸ਼ਵਿੰਦਰ ਵੀ ਆਪਣੇ ਪਰਿਵਾਰ ਦੇ ਵਿੱਚ ਮੁੜ ਆਇਆ ਹੈ ਤੇ ਖੁਸ਼ਵਿੰਦਰ ਨੇ ਦੱਸਿਆ ਕਿ 10 ਨੌਜਵਾਨ ਫਰੀਦਕੋਟ ਦੇ ਹਾਲੇ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਅੰਮ੍ਰਿਤਸਰ ਦੇ 7 ਹੋਰ ਵਿਦਿਆਰਥੀ ਵਾਪਸ ਵਤਨ ਪਰਤ ਆਏ ਨੇ। ਮਾਪਿਆਂ ਨੇ ਨਿੱਘਾ ਸਵਾਗਤ ਕੀਤਾ ਹਵਾਈ ਅੱਡੇ ਤੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ। ਉਧਰ ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਜਾਣਕਾਰੀ ਅਸੀਂ ਦੇ ਰਹੇ ਹਾਂ ਕਿ ਆਦਮਪੁਰ ਦੁਆਬਾ ਤੇ ਰਜਤ ਸੋਹਤਾ ਤੇ ਰਮਨਦੀਪ ਸਿੰਘ ਇਹਨਾਂ ਦੋਨਾਂ ਨੇ ਆਪਣੇ ਘਰਦਿਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੂੰ ਰੂਸੀ ਫੌਜ ਨੇ ਬੰਦਕ ਬਣਾਇਆ ਹੋਇਆ ਹੈ। ਕਈ ਦਿਨਾਂ ਤੋਂ ਉੱਥੇ ਹੀ ਉਹ ਫਸੇ ਹੋਏ ਨੇ ਤੇ ਹੁਣ ਦੋਵੇਂ ਨੌਜਵਾਨਾਂ ਨੇ ਫੋਨ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਰੂਸੀ ਫੌਜ ਨੇ ਨਹੀਂ ਬਲਕਿ ਯੂਕਰੇਨ ਦੀ ਪੁਲਿਸ ਨੇ ਬੰਦੀ ਬਣਾਇਆ ਹੋਇਆ। ਯੂਕਰੇਨ ਦੀ ਪੁਲਿਸ ਨੇ 150 ਦੇ ਕਰੀਬ ਭਾਰਤੀਆਂ ਨੂੰ ਬੰਦਕ ਬਣਾਇਆ ਹੋਇਆ। ਸਾਰਿਆਂ ਦੇ ਫੋਨ ਵੀ ਕਬਜ਼ੇ ਵਿੱਚ ਰੱਖੇ ਹੋਏ ਨੇ। ਸਾਰੀ ਰਾਤ ਲਾਈਟ ਬੰਦ ਰੱਖੀ ਜਾਂਦੀ ਹੈ। 5 ਮਿੰਟ ਗੱਲ ਕਰਨ ਦੇ ਲਈ ਫੋਨ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ। ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਯੂਕਰੇਨ ਦੀ ਪੁਲਿਸ ਸਾਨੂੰ ਢਾਲ ਬਣਾ ਕੇ ਕੰਮ ਕਰ ਰਹੀ ਹੈ ਤਾਂ ਜੋ ਰੂਸੀ ਫੌਜ ਉਹਨਾਂ ਤੇ ਹਮਲਾ ਨਾ ਕਰੇ ਤੇ ਪਹਿਲਾਂ ਤਾਂ ਉਹ ਸਾਰੇ ਫੌਜੀ ਆਪਣੇ ਆਪ ਨੂੰ ਰੂਸੀ ਫੌਜ ਦੇ ਮੈਂਬਰ ਦੱਸਦੇ ਰਹੇ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਝੂਠ ਬੋਲ ਰਹੇ ਨੇ। ਰਜਤ ਅਤੇ ਰਮਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਮੋਦੀ ਸਰਕਾਰ ਨੂੰ ਉਹਨਾਂ ਦੇ ਪੁੱਤਰਾਂ ਨੂੰ ਪਹਿਲ ਦੇ ਆਧਾਰ ਤੇ ਛੁਡਵਾਉਣ ਦੀ ਅਪੀਲ ਕੀਤੀ ਹੈ। ਮਾਪਿਆਂ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਉਹਨਾਂ ਨੂੰ ਭਾਰਤ ਨਹੀਂ ਬੁਲਾ ਸਕਦੀ ਤਾਂ ਯੂਕਰੇਨ ਦੇ ਨੇੜਲੇ ਕਿਸੇ ਮੁਲਕ ਦੇ ਵਿੱਚ ਹੀ ਉਹਨਾਂ ਨੂੰ ਭਿਜਵਾ ਦਿੱਤਾ ਜਾਵੇ ਤੇ ਸਾਰਾ ਖਰਚਾ ਆਪਣੇ ਪੱਲਿਓਂ ਵੀ ਕਰਨ ਨੂੰ ਤਿਆਰ ਨੇ। ਇਸੇ ਤਰ੍ਹਾਂ ਮੰਡੀ ਅਹਿਮਦਗੜ੍ਹ ਦੇ ਨੌਜਵਾਨ ਵੀ ਵਾਪਸ ਪਰਤੇ ਨੇ। ਉਹਨਾਂ ਨੇ ਵੀ ਯੂਕਰੇਨ ਦੇ ਫੌਜੀਆਂ ਤੇ ਭੇਦਭਾਵ ਦਾ ਦੋਸ਼ ਲਾਇਆ ਹੈ। ਗੁਰਜੋਤ ਸਿੰਘ ਨੌਜਵਾਨ ਨੇ ਦੱਸਿਆ ਕਿ ਭੁੱਖੇ ਪਿਆਸੇ ਸੈਂਕੜੇ ਮੀਲ ਪੈਦਲ ਚੱਲ ਕੇ ਪੋਲੈਂਡ ਬਾਰਡਰ ਤੱਕ ਪਹੁੰਚਣ ਦੀ ਪੀੜ ਤਾਂ ਮੈਂ ਭੁੱਲ ਸਕਦਾ, ਪਰ ਫੌਜੀਆਂ ਵੱਲੋਂ ਕੀਤਾ ਗਿਆ ਭੇਦਭਾਵ ਸਾਰੀ ਉਮਰ ਨਹੀਂ ਭੁੱਲ ਸਕਦਾ। ਪੰਜਾਬ ਦੀਆਂ ਇਹਨਾਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਯੂਕਰੇਨ ਰੂਸ ਜੰਗ ਦੀਆਂ ਕੁਝ ਹੋਰ ਅਪਡੇਟਸ ਅਤੇ ਪੰਜਾਬ ਭਾਰਤ ਦੁਨੀਆ ਭਰ ਦੀਆਂ ਕੁਝ ਹੋਰ ਖਬਰਾਂ ਦੱਸ ਦਿੰਦੇ ਹਾਂ। ਰੂਸ ਤੇ ਯੂਕਰੇਨ ਦੀ ਜੰਗ ਦਾ ਸੋਮਵਾਰ ਨੂੰ 12ਵਾਂ ਦਿਨ ਰਿਹਾ ਤੇ ਰੂਸ ਨੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਗੋਲੀਬੰਦੀ ਦਾ ਐਲਾਨ ਕੀਤਾ ਹੈ। ਯੂਕਰੇਨ ਦੇ ਵਿੱਚ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਨੇ। ਰੂਸ ਨੇ ਯੂਕਰੇਨੀ ਨਾਗਰਿਕਾਂ ਦੀ ਨਿਕਾਸੀ ਦੇ ਲਈ ਸੋਮਵਾਰ ਸਵੇਰ ਤੋਂ ਹੀ ਗੋਲੀਬੰਦੀ ਦੇ ਨਾਲ ਕਈ ਖੇਤਰਾਂ ਦੇ ਵਿੱਚ ਮਨੁੱਖੀ ਲਾਂਘੇ ਖੋਲਣ ਦਾ ਐਲਾਨ ਕੀਤਾ। ਬੰਬਾਰੀ ਦੇ ਨਾਲ ਘਿਰੇ ਹੋਏ 2 ਸ਼ਹਿਰਾਂ ਮਾਰੀਉਪੋਲ ਅਤੇ ਸੁਮੀ ਤੋਂ ਯੂਕਰੇਨ ਦੇ ਸ਼ਹਿਰਾਂ ਅਤੇ ਰੂਸ ਦੇ ਸ਼ਹਿਰਾਂ ਨੂੰ ਜਾਣ ਦਾ ਰਾਹ ਦੇਣ ਦਾ ਐਲਾਨ ਕੀਤਾ ਗਿਆ। ਮਾਰੀਉਪੋਲ ਦੇ ਵਿੱਚ ਜਿੱਥੇ ਲੋਕਾਂ ਦੇ ਕੋਲੇ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਗਿਆ ਸੀ, ਉਸ ਦੇ ਪਿਛਲੇ ਹਫ਼ਤੇ 2 ਜੰਗਬੰਦੀ ਦੇ ਐਲਾਨ ਜਿਹੜੇ ਨੇ ਉਹ ਬਿਲਕੁਲ ਪੂਰੀ ਤਰ੍ਹਾਂ ਅਸਫਲ ਰਹੇ ਨੇ। ਜੰਗਬੰਦੀ ਦਾ ਐਲਾਨ ਕਰ ਦਿੱਤਾ ਜਾਂਦਾ ਸੀ ਪਰ ਬੰਬਾਰੀ ਜਾਰੀ ਰਹਿੰਦੀ ਸੀ। ਯੂਕਰੇਨ ਮੁਤਾਬਿਕ ਬਹੁਤ ਸਾਰੇ ਸ਼ਹਿਰਾਂ ਦੇ ਸਿਵਲੀਅਨ ਇਲਾਕਿਆਂ ਦੇ ਉੱਤੇ ਲਗਾਤਾਰ ਬੰਬਾਰੀ ਤੇ ਗੋਲੀਬਾਰੀ ਕੀਤੀ ਜਾ ਰਹੀ ਹੈ। ਉੱਤਰ ਦੱਖਣ ਤੇ ਮੱਧ ਯੂਕਰੇਨ ਦੇ ਸ਼ਹਿਰਾਂ ਦੇ ਵਿੱਚ ਰੂਸ ਦੀ ਲਗਾਤਾਰ ਜਾਰੀ ਗੋਲੀਬਾਰੀ ਦੇ ਵਿੱਚ ਹਜ਼ਾਰਾਂ ਯੂਕਰੇਨੀ ਨਾਗਰਿਕ ਉੱਥੋਂ ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਗੋਲੀਬੰਦੀ ਰਾਜਧਾਨੀ ਕੀਵ, ਦੱਖਣੀ ਸਾਹਿਲੀ ਸ਼ਹਿਰ ਮਾਰੀਉਪੋਲ, ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਅਤੇ ਸੁਮੀ ਦੇ ਵਿੱਚੋਂ ਨਾਗਰਿਕਾਂ ਨੂੰ ਕੱਢਣ ਦੇ ਲਈ ਕੀਤੀ ਗਈ ਹੈ।
ਹਾਲਾਂਕਿ ਕੀਵ ਤੋਂ ਲੋਕਾਂ ਨੂੰ ਰੂਸ ਦੇ ਭਾਈਵਾਲ ਬੇਲਾਰੂਸ ਜਾਣ ਲਈ ਅਤੇ ਖਾਰਕੀਵ ਤੋਂ ਰੂਸ ਜਾਣ ਲਈ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ, ਪਰ ਯੂਕਰੇਨ ਨੂੰ ਰੂਸ ਦਾ ਜਿਹੜਾ ਇਹ ਲਾਂਘਾ ਹੈ ਉਸ ਤੇ ਕਾਫੀ ਇਤਰਾਜ਼ ਹੈ ਕਿ ਰੂਸ ਨੇ ਇੱਥੇ ਵੀ ਚਲਾਕੀ ਦਿਖਾਈ ਹੈ, ਸਾਡੇ ਲੋਕਾਂ ਨੂੰ ਰੂਸ ਤੇ ਬੇਲਾਰੂਸ ਜਾਣ ਲਈ ਕਿਉਂ ਜਿਹੜਾ ਮਜਬੂਰ ਕੀਤਾ ਜਾ ਰਿਹਾ ਹੈ। यूक्रेन ने इस प्रस्ताव ਨੂੰ गैर नैतिक दस्या है क्योंकि इस विच शरणार्थियों ਨੂੰ बेलारूस ਜਾਂ रूस ਲਿਜਾਣ ਤੇ ਹੀ ਗੱਲ कही गई है। यूक्रेन ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਕਿਹਾ ਕਿ यूक्रेन ਦੇ ਲੋਕਾਂ ਨੂੰ यूक्रेन ਦੇ ਰਾਹ ਹੀ ਬਾਹਰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। रूसी समाचार एजेंसी रिया ने यूक्रेन ਦੇ ਇਹਨਾਂ ਰਾਹਾਂ ਦੀ ਸੂਚਨਾ ਵੀ ਦਿੱਤੀ ਹੈ। ਮਾਰੀਓਪੋਲ, ਸੂਮੀ ਅਤੇ ਕੀਵ ਤੋਂ ਨਿਕਲਣ ਵਾਲੇ ਜਿਹੜੇ ਰਾਹ ਹੈਗੇ ਨੇ ਉਹ ਸਿੱਧਾ ਇਹਨਾਂ ਲੋਕਾਂ ਨੂੰ ਰੂਸ ਜਾਂ ਫਿਰ ਬੇਲਾਰੂਸ ਲੈ ਕੇ ਜਾਣਗੇ। ਹੋਰ ਕਿਸੇ ਮੁਲਕ ਦੇ ਵਿੱਚ ਉਹ ਕਿਵੇਂ ਜਾ ਸਕਣਗੇ ਇਸ ਤੇ ਭਰੋਸਾ ਨਹੀਂ ਹੈ ਯੂਕਰੇਨ ਦੇ ਲੋਕਾਂ ਨੂੰ ਕਿ ਰੂਸ ਦੇ ਵਿੱਚ ਇੱਕ ਵਾਰੀ ਉਹ ਚਲੇ ਗਏ ਜਾਂ ਬੇਲਾਰੂਸ ਵਿੱਚ ਚਲੇ ਗਏ ਤਾਂ ਉੱਥੋਂ ਹੋਰ ਰਾਹਾਂ ਦੇ ਵਿੱਚ ਹੋਰ ਥਾਵਾਂ ਤੇ ਕਿਵੇਂ ਜਾਣਗੇ ਜਿੱਥੋਂ ਦੀ ਉਹ ਸ਼ਰਨ ਲੈਣੀ ਚਾਹੁੰਦੇ ਨੇ। ਸੋ ਲੱਗਦਾ ਤਾਂ ਇਹ ਚਲਾਕੀ ਭਰਿਆ ਪ੍ਰਸਤਾਵ ਹੈ। ਦੇਖਦੇ ਹਾਂ ਕਿ ਰੂਸ ਇਹਦੇ ਤੇ ਕੋਈ ਗੌਰ ਕਰਦਾ ਦੁਬਾਰਾ ਜਾਂ ਫਿਰ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੇ ਨਾਲ ਗੱਲਬਾਤ ਕੀਤੀ। ਫੋਨ ਤੇ ਕਈ ਮਿੰਟ ਉਹਨਾਂ ਦੀ ਗੱਲਬਾਤ ਹੋਈ ਹੈ, ਅੱਧੇ ਘੰਟੇ ਦੇ ਕਰੀਬ ਗੱਲਬਾਤ ਦੀ ਜਾਣਕਾਰੀ ਮਿਲੀ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਾਲਾਤਾਂ ਬਾਰੇ ਜਾਣੂ ਕਰਵਾਇਆ ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਸਹਾਇਤਾ ਦੇਣ ਦੇ ਉਪਰਾਲੇ ਲਈ ਯੂਕਰੇਨ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਤੇ ਸੁਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਵਿੱਚ ਮਦਦ ਵੀ ਮੰਗੀ। ਪ੍ਰਧਾਨ ਮੰਤਰੀ ਨੇ ਗੱਲਬਾਤ ਤੇ ਬੈਠਕ ਰਾਹੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਸ ਜੰਗ ਦਾ ਹੱਲ ਕੱਢਣ। ਉਧਰ ਯੂਕਰੇਨ ਦੀ ਰਾਜਧਾਨੀ ਕੀਵ ਦੇ ਸ਼ਹਿਰ ਦੇ ਵਿੱਚ ਬੰਬਾਰੀ ਦੌਰਾਨ ਇੱਕ ਔਰਤ ਤੇ 2 ਬੱਚਿਆਂ ਸਮੇਤ 4 ਜਣਿਆਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਤੇ ਯੂਕਰੇਨੀ ਨਾਗਰਿਕਾਂ ਦੇ ਕਤਲ ਦੇ ਇਲਜ਼ਾਮ ਲਾਏ ਨੇ ਤੇ ਸੋਮਵਾਰ ਨੂੰ ਜਿੱਥੇ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਹੋਈ ਉੱਥੇ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਵੀ 50 ਮਿੰਟ ਤੱਕ ਫੋਨ ਤੇ ਗੱਲਬਾਤ ਕੀਤੀ। ANI ਦੇ ਮੁਤਾਬਿਕ ਪੁਤਿਨ ਅਤੇ ਮੋਦੀ ਦੇ ਵਿਚਾਲੇ ਯੂਕਰੇਨ ਦੇ ਵਿੱਚ ਇਸ ਵਕਤ ਉੱਭਰਦੇ ਹਾਲਾਤਾਂ ਤੇ ਚਰਚਾ ਹੋਈ ਹੈ। ਹਾਲਾਂਕਿ ਗੱਲਬਾਤ ਦੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਉਧਰ ਰਾਇਟਰਸ ਖਬਰ ਏਜੰਸੀ ਦੇ ਮੁਤਾਬਿਕ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਲ ਸਿੱਧਾ ਗੱਲਬਾਤ ਕਰਨ ਨੂੰ ਵੀ ਕਿਹਾ ਹੈ ਤੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਛਿੜਨ ਤੋਂ ਬਾਅਦ ਮੋਦੀ ਤੇ ਪੁਤਿਨ ਦੇ ਵਿਚਾਲੇ ਇਹ ਤੀਜੀ ਗੱਲਬਾਤ ਹੈ, ਜਦਕਿ ਜ਼ੈਲੈਂਸਕੀ ਦੇ ਨਾਲ ਇਹ ਦੂਸਰੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਜ਼ੈਲੈਂਸਕੀ ਅਤੇ ਮੋਦੀ ਨੇ 26 ਫਰਵਰੀ ਨੂੰ ਫੋਨ ਤੇ ਗੱਲਬਾਤ ਕੀਤੀ ਸੀ। ਜੰਗ ਦੇ ਕਾਰਨ ਕੱਚੇ ਤੇਲ ਦਾ ਭਾਅ 13 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਧ ਗਿਆ ਹੈ। ਕੱਚੇ ਤੇਲ ਦੇ ਭਾਅ 2008 ਤੋਂ ਬਾਅਦ ਹੁਣ ਤੱਕ ਸਭ ਤੋਂ ਮਹਿੰਗੇ ਹੋ ਗਏ ਨੇ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਪ੍ਰਤੀ ਬੈਰਲ ਤੇਲ ਦੀ ਕੀਮਤ $130 ਤੋਂ ਵੀ ਉੱਤੇ ਹੋ ਗਈ ਹੈ ਅਤੇ ਕੱਚੇ ਤੇਲ ਦਾ ਭਾਅ ਵਧਣ ਤੋਂ ਬਾਅਦ ਹੁਣ ਤੁਸੀਂ ਵੀ ਸਾਰੇ ਤਿਆਰ ਰਹੋ ਕਿ ਵੋਟਾਂ ਵਾਲੇ ਦਿਨ ਤੋਂ ਬਾਅਦ ਤੁਰੰਤ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਛਾਲਾਂ ਮਾਰ ਕੇ ਵਧਣਗੇ। ਯੂਕਰੇਨ ਦੇ ਵਿੱਚ ਜ਼ਖਮੀ ਹੋਏ ਭਾਰਤ ਦੇ ਵਿਦਿਆਰਥੀ ਹਰਜੋਤ ਸਿੰਘ ਦੀ ਵੀ ਸੋਮਵਾਰ ਸ਼ਾਮ ਨੂੰ ਵਤਨ ਵਾਪਸੀ ਦੀ ਖਬਰ ਮਿਲੀ। ਦਿੱਲੀ ਦੇ ਰਹਿਣ ਵਾਲੇ ਹਰਜੋਤ ਸਿੰਘ ਨੂੰ 27 ਫਰਵਰੀ ਨੂੰ ਯੂਕਰੇਨ ਦੇ ਵਿੱਚ ਗੋਲੀ ਲੱਗ ਗਈ ਸੀ। ਇਸ ਦੌਰਾਨ ਉਹ ਯੂਕਰੇਨ ਦੇ ਵਿੱਚ ਜ਼ੇਰੇ ਇਲਾਜ ਸਨ। ਭਾਰਤ ਦੇ ਕੇਂਦਰੀ ਰਾਜ ਸਿਵਲ ਐਵੀਏਸ਼ਨ ਮੰਤਰੀ ਵੀਕੇ ਸਿੰਘ ਉਹਨਾਂ ਨੂੰ ਹੋਰ ਭਾਰਤੀਆਂ ਸਮੇਤ ਵਾਪਸ ਲਿਆ ਰਹੇ ਨੇ। ਪੋਲੈਂਡ ਤੋਂ ਭਾਰਤ ਸਰਕਾਰ ਦਾ ਇਹ ਵਿਸ਼ੇਸ਼ ਜਹਾਜ਼ ਉੱਠਿਆ ਤੇ ਸੋਮਵਾਰ ਸ਼ਾਮ ਨੂੰ 6 ਵਜੇ ਤੋਂ ਬਾਅਦ ਭਾਰਤ ਪਹੁੰਚਣ ਦੀ ਜਾਣਕਾਰੀ ਮਿਲੀ ਤੇ ਇਹ ਪੋਲੈਂਡ ਤੋਂ ਭਾਰਤ ਲਈ ਚੱਲਣ ਵਾਲੀ ਆਖਰੀ ਫਲਾਈਟ ਹੈ। ਵੀਕੇ ਸਿੰਘ ਨੇ ਇਸ ਦੀ ਜਾਣਕਾਰੀ ਵੀ ਦਿੱਤੀ, ਯਾਨੀ ਕਿ ਹੁਣ ਪੋਲੈਂਡ ਤੋਂ ਭਾਰਤ ਦੇ ਲਈ ਭਾਰਤ ਸਰਕਾਰ ਵੱਲੋਂ ਭੇਜੀ ਗਈ ਹੋਰ ਕੋਈ ਫਲਾਈਟ ਨਹੀਂ ਉੱਡੇਗੀ, ਨਾ ਹੀ ਉੱਥੇ ਪਹੁੰਚੇਗੀ। ਆਪਣੇ ਪੱਧਰ ਤੇ ਤੁਸੀਂ ਫਲਾਈਟਾਂ ਬੁੱਕ ਕਰਵਾ ਕੇ ਜ਼ਰੂਰ ਆ ਸਕਦੇ ਹੋ ਕਿਉਂਕਿ ਪੋਲੈਂਡ ਨੇ ਫਲਾਈਟਾਂ ਬੰਦ ਨਹੀਂ ਕੀਤੀਆਂ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਮੁਲਕ ਨੇਟੋ ਦੇ ਸਾਹਮਣੇ ਆਉਣ ਵਾਲੇ ਕਿਸੇ ਵੀ ਖਤਰੇ ਦੇ ਨਾਲ ਨਜਿੱਠਣ ਨੂੰ ਤਿਆਰ ਨੇ। ਅਮਰੀਕੀ ਵਿਦੇਸ਼ ਮੰਤਰੀ ਇਸ ਵਕਤ ਲਿਥੁਆਨੀਆ ਦੇ ਦੌਰੇ ਤੇ ਹਨ। ਉਹਨਾਂ ਨੇ ਕਿਹਾ ਕਿ ਰੂਸ ਨੇ ਲਿਥੁਆਨੀਆ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਸਾਈਬਰ ਹਮਲਿਆਂ ਅਤੇ ਪ੍ਰਚਾਰ ਯਾਨੀ ਕਿ ਝੂਠੇ ਪ੍ਰਚਾਰ ਦੇ ਜ਼ਰੀਏ ਧਰੁਵੀਕਰਨ ਦੇ ਬੀਜ ਬੀਜੇ ਗਏ। ਅਮਰੀਕਾ ਸਹਿਯੋਗੀ ਮੁਲਕਾਂ ਦੇ ਸਾਂਝੇ ਰੱਖਿਆ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ, ਲਿਹਾਜ਼ਾ ਅਮਰੀਕਾ ਅਤੇ ਸਹਿਯੋਗੀ ਮੁਲਕ ਕਿਸੇ ਵੀ ਖਤਰੇ ਨਾਲ ਨਜਿੱਠਣ ਦੇ ਲਈ ਤਿਆਰ ਨੇ। ਇਸ ਕੋਸ਼ਿਸ਼ ਦੇ ਵਿੱਚ ਯੂਰਪ ਤੋਂ 7000 ਅਮਰੀਕੀ ਫੌਜੀਆਂ ਨੂੰ ਭੇਜਣਾ ਵੀ ਸ਼ਾਮਿਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਨਾਟੋ ਦੀ ਜ਼ਮੀਨ ਦੇ 1-1 ਇੰਚ ਦੀ ਰੱਖਿਆ ਕਰਾਂਗੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ CBS ਨਿਊਜ਼ ਦੇ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਬਾਰੇ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਜੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਇਸ ਜੰਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਕੀ ਹੋਵੇਗਾ। ਐਂਟਨੀ ਨੇ ਕਿਹਾ ਕਿ ਯੂਕਰੇਨ ਦੀ ਸਰਕਾਰ ਕੋਲ ਇਸ ਸੰਬੰਧੀ ਯੋਜਨਾ ਬਣਾਈ ਗਈ ਹੈ
कई मीडिया रिपोर्टां के मुताबिक यूक्रेन के राष्ट्रपति वोलोदिमीर ज़ेलेंस्की रूसी हमले के निशाने ते हन अते ज़ेलेंस्की वार-वार इस बारे दस भी चुके ने अपनी वीडियोज़ सोशल मीडिया ते जारी करके। जंग के विरोध विच रूसी लोग कई थावां ते प्रदर्शन कर रहे ने। ऐतवार नूं प्रदर्शन करने वाले 3500 लोगों नूं हिरासत विच लिया गया। इन्हां विचों ज़्यादातर लोग मास्को अते सेंट पीटर्सबर्ग दे विच प्रदर्शन कर रहे सी। बरतानिया के उप प्रधानमंत्री डोमिनिक राब ने कहा कि यूक्रेन उत्ते हमले रोकण लई भारत अते चीन दोवां नूं रूस उत्ते कूटनीतिक दबाव पाउणा चाहीदा है। राब ने कहा कि चीन अते भारत दोवां दे रूस नाल चंगे रिश्ते ने। दोवां देशां ने संयुक्त राष्ट्र विच रूस के खिलाफ मते ते वोटिंग नहीं की, ना ही हमलिਆਂ ਦੀ निखेधी की है। सो रूस के परमाणु हथियारों की वरतों ते उन्होंने कहा कि सिर्फ बयानबाजी है, परमाणु हथियारों की वरतों रूस नहीं कर सकता। अमरीकी अखबार द वॉल स्ट्रीट जर्नल दे विच छपी खबर के मुताबिक रूस यूक्रेन दे नाल लड़न लई सीरिया तो किराए ते लड़न वाले लोगों नूं भर्ती कर रहा है। इन्हां लड़ाकियां नूं लड़ाई लई तैयार किया गया है। हालांकि खबर दे विच इह नहीं दस्सिया गया कि किन्ने सीरियाई लड़ाके इस जंग दे विच शामिल होणगे। खबर मुताबिक कई लड़ाके रूस पहुंच गए ने, तैनात होण दी तैयारी कर रहे ने। रूसी अधिकारियों मुताबिक सीरिया दे विच लगभग एक दहाके तक चले गृह युद्ध कारण लोगों नूं लड़न दा तजर्बा है ते ओह रूस की सहायता कर सकते हैं। यूनाइटेड नेशनस के मुताबिक युद्ध तो बाद 15 लाख तो वध लोगों ने यूक्रेन नूं छड्ड दिता है। जंग दरमियान भारतीय नागरिकों का यूक्रेन छड्डना भी लगातार जारी है अते यूक्रेन दे अपने लोगों का भी देश छड्डण दी कवायद है जिहड़ी ओह लगातार जारी है। उधर यूक्रेन के रक्षा अधिकारियों ने दावा किया है कि उन्होंने फौज ने पूर्वी खेतर दे विच स्थित चुहुईव शहर नूं रूस के कब्जे चों छुड़ा लिया। यूक्रेन के चीफ ऑफ जनरल स्टाफ ने दस्सिया कि कीव की फौज ने रूसी फौजियों के कब्जे विचों शहर नूं वापस छुड़ा लिया है। इस लड़ाई विच मास्को की फौज नूं भारी नुकसान होने का भी उन्होंने दावा किया है। यूक्रेन के अधिकारियों ने दस्सिया कि शहर नूं छुड़ाउण दे लई होई जंग विच रूस के 2 सीनियर फौजी अफसरां दी भी मौत हो गई है। रूस ने हुण अमरीका के सामने एक शर्त रखी है जिस नाल पश्चिमी मुल्कां दी परेशानी वध गई है। रूस ने अमरीका तो मंग की है कि अमरीका इस गल की गारंटी देवे कि पाबंदियां दा असर ईरान दे नाल उसदे व्यापार उत्ते नहीं पएगा। यूक्रेन उत्ते हमले नूं लैके पश्चिमी मुल्कां ने रूस ते बेहद सख्त पाबंदियां लाईयां ने। रूस के विदेश मंत्री सेर्गेई लावरोफ ने कहा है कि पश्चिमी मुल्कां दीयां पाबंदियां करके ईरान दे नाल परमाणु समझौते दे विच विघन पिया है। रूस की इस शर्त करके अमरीका दीयां उन्हां कोशिशां नूं झटका लग सकता है जिस दे तहत वो ईरान का मसला जल्द सुलझाउण दी कोशिश कर रहा सी। हालांकि अमरीकी विदेश मंत्री एंटनी ब्लिंकन ने कहा है कि रूस उत्ते पाबंदियां यूक्रेन उत्ते हमला करन दे करके लगियां ने ते इस नूं ईरान दे परमाणु समझौते नाल जोड़ के वेखण दा कोई मतलब नहीं है। ब्लिंकन ने कहा कि दोवें मसले बिल्कुल वखरे ने ते इन्हां नूं इक्को जिहा जोड़ के नहीं देखा जा सकता। बुलेटिन दे विच रूस यूक्रेन जंग दीयां अपडेट्स तो बाद हुण तुहानूं पंजाब ਦੀਆਂ कुछ अहम ते वड्डियां खबरां दस दिंदे हां। बीबीएमबी ਦੇ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦਾ ਮੁੱਦਾ ਹੁਣ ਪੰਜਾਬ ਦੇ ਵਿੱਚ ਕਾਫੀ ਗਰਮ ਮੁੱਦਾ ਬਣਿਆ ਹੋਇਆ ਹੈ। संयुक्त किसान मोर्चे के सदे ते भाखड़ा ब्यास मैनेजमेंट बोर्ड पंजाब दे विचों पंजाब की पक्की नुमाइंदगी खत्म करन अते गुलाबी सुंडी दे नाल खराब हुई फसल का मुआवजा ना देण दे खिलाफ पंजाब भर दीयां किसान जथेबंदियां ने पूरे पंजाब दे विच धरने दिते जिस तहत जलंधर मानसा बठिंडा ते पंजाब दे वख-वख शहरां दे विच किसानां ने मोदी सरकार दे विरुद्ध रोस मुजाहरे कीते। बठिंडा दे विच किसानां ने 3 मंगां नूं लैके डीसी दफ्तर दे बाहर धरना दिता। उन्हां मंग कीती कि लखीमपुर कांड दे मुख दोषी आशीष मिश्रा दी जमानत रद्द करके उस नूं मुड़ जेल भेजिया जावे। सूबा सरकार दे अधिकार खेत्र विच आउंदे अदारियां दा कंट्रोल अपने हत्थां विच लैण दा केंद्र दा फैसला वापस लिया जावे ਅਤੇ रूस यूक्रेन जंग बंद होवे, उत्थे फसे लोकां नूं सुरक्षित वापस लिआंदा जावे। किसानां ने कहा कि ਇਹ ਜਿਹੜੇ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੋਣਗੀਆਂ ਉਦੋਂ ਤੱਕ ਸਾਡੇ ਰੋਸ ਮੁਜ਼ਾਹਰੇ ਜਾਰੀ ਰਹਿਣਗੇ। ਇਸ ਮੌਕੇ ਰਾਸ਼ਟਰਪਤੀ ਦੇ ਨਾਮ ਡੀਸੀ ਨੂੰ ਮੰਗ ਪੱਤਰ ਵੀ ਸੌਂਪੇ ਗਏ। ਮਾਨਸਾ ਦੇ ਵਿੱਚ ਵੀ ਰੋਸ ਪ੍ਰਦਰਸ਼ਨਾਂ ਦੇ ਦੌਰਾਨ ਕਿਸਾਨ ਲੀਡਰਾਂ ਨੇ ਕਿਹਾ ਕਿ ਇਸ ਵਕਤ ਸਭ ਤੋਂ ਵੱਡਾ ਮਸਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਹੈ ਕਿਉਂਕਿ ਕੇਂਦਰ ਸਰਕਾਰ ਮੈਨੇਜਮੈਂਟ ਚੋਂ ਪੰਜਾਬ ਅਤੇ ਹਰਿਆਣਾ ਦਾ ਹਿੱਸਾ ਖਤਮ ਕਰਕੇ ਪੰਜਾਬ ਦੇ ਕਿਸਾਨਾਂ ਤੇ ਆਪਣਾ ਗੁੱਸਾ ਲਾ ਰਹੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਦੋਂ ਬਣਿਆ ਸੀ ਉਦੋਂ ਮੈਨੇਜਮੈਂਟ ਵਿੱਚ ਪੰਜਾਬ ਤੇ ਹਰਿਆਣੇ ਦਾ 60-40 ਦਾ ਅਨੁਪਾਤ ਹਿੱਸਾ ਹੁੰਦਾ ਸੀ ਪਰ ਹੁਣ ਕੇਂਦਰ ਸਰਕਾਰ ਨੇ ਦੋਵਾਂ ਸੂਬਿਆਂ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਹੈ। ਹੋਰ ਤਾਂ ਹੋਰ ਪੰਜਾਬ ਨੂੰ ਤਾਂ ਦਰਿਆਈ ਪਾਣੀਆਂ ਦੀ ਵੰਡ ਦੀ ਪੂਰੀ ਰਕਮ ਵੀ ਨਹੀਂ ਦਿੱਤੀ ਜਾ ਰਹੀ। ਪੰਜਾਬ ਕੋਲ ਸਿਰਫ 2 ਕੁਦਰਤੀ ਸਰੋਤ ਪਾਣੀ ਅਤੇ ਮੈਦਾਨੀ ਜ਼ਮੀਨਾਂ ਨੇ।
ਦਿੱਲੀ ਨਾਲ ਲੜਾਈ ਕਰਕੇ ਕਹਿੰਦੇ ਅਸੀਂ ਜ਼ਮੀਨਾਂ ਤਾਂ ਬਚਾ ਲਈਆਂ, ਪਰ ਹੁਣ ਕੇਂਦਰ ਸਰਕਾਰ ਸਾਡੇ ਪਾਣੀਆਂ ਤੇ ਕਬਜ਼ਾ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣਾ ਚਾਹੁੰਦੀ ਹੈ, ਜਿਸ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ, ਭਾਵੇਂ ਇਸ ਲਈ ਸਾਨੂੰ ਵੱਡਾ ਮੋਰਚਾ ਕਿਉਂ ਨਾ ਖੜਾ ਕਰਨਾ ਪਵੇ। ਜਲੰਧਰ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਜਦੋਂ BBMB ਬਣਿਆ ਸੀ ਉਸ ਵੇਲੇ ਇਸ ਵਿੱਚ ਪਾਣੀ ਤੇ ਬਿਜਲੀ ਲਈ ਸਿਰਫ ਪੰਜਾਬ ਤੇ ਹਰਿਆਣੇ ਦਾ ਹਿੱਸਾ ਹੁੰਦਾ ਸੀ, ਤੇ ਹੁਣ ਜਦੋਂ ਹਿੱਸੇਦਾਰੀ ਖਤਮ ਕਰ ਦਿੱਤੀ ਹੈ ਤਾਂ ਸਾਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਸਿਆਸੀ ਲੀਡਰ ਤਾਂ ਸਿਰਫ ਰੋਟੀਆਂ ਹੀ ਸੇਕ ਰਹੇ ਨੇ। ਕਿਸਾਨਾਂ ਦੀ ਗੱਲ ਕਿਤੇ ਨਾ ਕਿਤੇ ਸਹੀ ਵੀ ਜਾਪਦੀ ਹੈ, ਕਿਉਂਕਿ ਜਦੋਂ BBMB ਦੇ ਵਿੱਚੋਂ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰਨ ਦੀ ਨੀਂਹ ਧਰੀ ਗਈ ਸੀ ਡੈਮ ਸੇਫਟੀ ਬਿੱਲ ਦੇ ਰਾਹੀਂ, ਉਦੋਂ ਪੰਜਾਬ ਦੇ ਜਿਹੜੇ ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ ਕੀ ਉਦੋਂ ਸੁੱਤੇ ਪਏ ਸੀ? ਇਹ ਸਵਾਲ ਤਾਂ ਉੱਠੇਗਾ ਹੀ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ BBMB ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨਾ, ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਸਿਟਕੋ ਦੇ ਇਸ MD ਦੇ ਅਹੁਦੇ ਦੀ ਨਿਯੁਕਤੀ ਮਾਮਲੇ ਦੇ ਵਿੱਚ ਵੀ ਪੰਜਾਬ ਦੇ ਨਾਲ ਘੋਰ ਬੇਇਨਸਾਫੀ ਕੀਤੀ ਗਈ ਹੈ ਤੇ ਇਹਦੇ ਲਈ ਕਾਂਗਰਸ ਤੇ ਕੇਂਦਰ ਦੋਵੇਂ ਹੀ ਸਰਕਾਰਾਂ ਜ਼ਿੰਮੇਦਾਰ ਨੇ। ਪਰ ਦੋਨਾਂ ਗੱਲਾਂ ਦੇ ਵਿੱਚ ਜਿੱਥੇ ਕੇਂਦਰ ਸਰਕਾਰ ਜ਼ਿੰਮੇਵਾਰ ਉੱਥੇ ਕਾਂਗਰਸ ਨੂੰ ਵੀ ਆਪਣੀਆਂ ਗੱਲਾਂ ਦਾ ਜਵਾਬ ਨਾਲ ਦੇਣਾ ਪੈਣਾ ਕਿ ਜਿਹੜੀ ਜੱਜਮੈਂਟ BBMB ਦੇ ਮਾਮਲੇ ਚ ਆਈ ਸੀ, ਭਾਵੇਂ ਉਹ ਚੇਅਰਮੈਨ ਦੀ ਨਿਯੁਕਤੀ ਦੇ ਸੰਬੰਧ ਦੇ ਵਿੱਚ ਸੀ, ਉਹਨੂੰ ਅੱਗੇ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਜਿਹੜਾ ਚੈਲੰਜ ਕਿਉਂ ਨਹੀਂ ਕੀਤਾ। ਸਿਟਕੋ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਕਹਿ ਰਹੀ ਹੈ ਕਿ 8 ਵਾਰੀ ਅਸੀਂ ਅਫਸਰ ਦਾ ਨਾਮ ਪੰਜਾਬ ਸਰਕਾਰ ਕੋਲੋਂ ਮੰਗਿਆ ਸੀ ਤੇ ਜਿਹੜੇ ਮੁੱਖ ਮੰਤਰੀ ਪੰਜਾਬ ਚੰਨੀ ਸਾਹਿਬ ਨੂੰ ਦੱਸਣਾ ਪੈਣਾ ਕਿ ਇਹਨਾਂ ਦੀ ਕੀ ਮਜਬੂਰੀ ਸੀ, ਕਿਹਦੇ ਦਬਾਅ ਥੱਲੇ ਇਹ ਜਾਣਬੁੱਝ ਕੇ ਉੱਥੇ ਅਫਸਰ ਨੂੰ ਨਹੀਂ ਭੇਜਦੇ। ਇਸ ਕਰਕੇ ਕੇਂਦਰ ਸਰਕਾਰ ਆਪਣੀਆਂ ਗੱਲਾਂ ਦਾ ਜਵਾਬ ਦੇਣਾ ਪੈਣਾ, ਜਿਹੜੀ ਸੂਬੇ ਦੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਇਹਨੂੰ ਆਪਣੀਆਂ ਗੱਲਾਂ ਦਾ ਜਵਾਬ ਦੇਣਾ। ਪਰ ਇਹ ਕੁੱਲ ਮਿਲਾ ਕੇ ਦੋਵੇਂ ਜਿਹੜੀਆਂ ਸਰਕਾਰਾਂ ਨੇ ਇਹ ਸਾਡੇ ਪੰਜਾਬੀਆਂ ਦੇ ਹੱਕਾਂ ਦਾ ਜਿਹੜਾ ਉਹ ਨੁਕਸਾਨ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਵਿਰੋਧ ਕਰਦਾ, ਡਟ ਕੇ ਇਹਨਾਂ ਦੇ ਖਿਲਾਫ ਖੜੇਗਾ। ਜਿੰਨੀ ਦੇਰ ਤੱਕ ਇਹ ਚੀਜ਼ਾਂ ਵਾਪਸ ਨਹੀਂ ਹੁੰਦੀਆਂ ਅਸੀਂ ਡਟ ਕੇ ਇਹਨਾਂ ਚੀਜ਼ਾਂ ਦਾ ਹਰ ਲੈਵਲ ਦੇ ਉੱਤੇ ਵਿਰੋਧ ਕਰਾਂਗੇ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਵਿੱਚ ਮਹਿਜ਼ ਕੁਝ ਘੰਟੇ ਹੀ ਬਾਕੀ ਰਹਿ ਗਏ ਨੇ। ਇਸ ਦਰਮਿਆਨ ਪੰਜਾਬ ਦੇ ਵਿੱਚ ਨਵੀਆਂ ਵੋਟਾਂ ਦਾ ਐਲਾਨ ਵੀ ਹੋ ਗਿਆ ਤੇ ਵੋਟਾਂ ਰਾਜ ਸਭਾ ਦੀਆਂ ਵੋਟਾਂ ਨੇ। 5 ਰਾਜ ਸਭਾ ਸੀਟਾਂ ਦੇ ਲਈ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਨੇ ਕੀਤਾ ਹੈ। ਉਹ 5 ਸੀਟਾਂ ਜਿਨ੍ਹਾਂ ਦੇ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ, 7 ਵਿੱਚੋਂ 5 ਸੀਟਾਂ ਦੇ ਲਈ ਚੋਣ ਹੋਵੇਗੀ। ਰਾਜ ਸਭਾ ਲਈ ਚੁਣੇ ਗਏ 5 ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦਾ 6 ਸਾਲ ਦਾ ਕਾਰਜਕਾਲ 9 ਅਪ੍ਰੈਲ ਨੂੰ ਪੂਰਾ ਹੋ ਜਾਏਗਾ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਚੋਣ ਪ੍ਰਕਿਰਿਆ ਦੇ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ। ਨਾਮਜ਼ਦਗੀ ਦਸਤਾਵੇਜ਼ ਦਾਖਲ ਕਰਨ ਤੇ ਹੋਰ ਪ੍ਰਕਿਰਿਆ ਦੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਹਾਂ। 14 ਅਪ੍ਰੈਲ ਨੂੰ ਨਾਮਜ਼ਦਗੀ ਪਰਚੇ ਭਰਨ ਦੀ ਜਿਹੜੀ ਤਰੀਕ ਹੈ ਉਹ ਸ਼ੁਰੂ ਹੋ ਜਾਏਗੀ। 21 ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਨੇ। 31 ਮਾਰਚ ਨੂੰ ਵੋਟਾਂ ਪੈਣਗੀਆਂ ਤੇ ਫਿਰ 31 ਨੂੰ ਹੀ ਨਤੀਜੇ ਆ ਜਾਣਗੇ। ਪੰਜਾਬ ਦੇ ਵੱਡੇ ਸਿਆਸੀ ਲੀਡਰ ਦਿੱਲੀ ਪਹੁੰਚੇ ਹੋਏ ਨੇ। ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਦਿੱਲੀ ਨੇ ਕਈ ਦਿਨਾਂ ਤੋਂ ਤੇ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਪਹੁੰਚੇ। ਸੋਮਵਾਰ ਨੂੰ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਸਾਡੀ ਸਿਆਸੀ ਮੁਲਾਕਾਤ ਹੋਏਗੀ। ਹੁਣ ਮੈਂ ਸਿਰਫ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕੀਤੀ ਹੈ। ਮੈਂ ਪ੍ਰਧਾਨ ਮੰਤਰੀ ਨੂੰ BBMB ਅਤੇ ਸਿਟਕੋ ਦੇ ਮੁੱਦੇ ਤੇ ਚਿੱਠੀ ਵੀ ਲਿਖੀ ਹੈ। ਕੈਪਟਨ ਦੀ ਜਿਹੜੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੈ ਉਹ ਦਿੱਲੀ ਅਮਿਤ ਸ਼ਾਹ ਦੀ ਰਿਹਾਇਸ਼ ਤੇ ਹੀ ਹੋਈ ਹੈ। ਉਧਰ ਅਮਿਤ ਸ਼ਾਹ ਦੀ ਮੁਲਾਕਾਤ ਵਿਚਾਲੇ ਪੰਜਾਬ ਲੋਕ ਕਾਂਗਰਸ ਦੇ ਲੀਡਰ ਪ੍ਰਿਤਪਾਲ ਸਿੰਘ ਬਲੀਏਵਾਲਾ ਨੇ ਟਵੀਟ ਕੀਤਾ ਹੈ ਕਿ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਜਿਹੜੀ ਹੈ ਉਹ ਤਣਾਅ ਦੇ ਵਿੱਚ ਕਿਉਂ ਹੈ, ਤੁਹਾਨੂੰ ਬੁਕਿੰਗ ਨਾ ਕਰਨ ਲਈ ਕਿਹਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੋ ਰਹੀ ਹੈ। ਬਲੀਏਵਾਲ ਨੇ ਕਿਹਾ ਕਿ 10 ਤਰੀਕ ਨੂੰ ਸਾਡੀ ਸਰਕਾਰ ਬਣੇਗੀ, ਅਸੀਂ ਗੱਲਾਂ ਨਹੀਂ ਕਰਦੇ, ਆਪਣੇ ਵਾਅਦੇ ਪੂਰੇ ਵੀ ਕਰਦੇ ਹਾਂ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਮਨ ਅਰੋੜਾ ਨੇ ਵੀ ਇਸ ਮੁਲਾਕਾਤ ਤੇ ਤੰਜ ਕੱਸਿਆ ਹੈ। ਕਹਿੰਦੇ ਉਹ ਆਪਸੀ ਭਾਈਵਾਲ ਨੇ, ਪੰਜਾਬ ਦੇ ਹਿੱਤ ਲਈ ਮੁਲਾਕਾਤ ਕਰ ਰਹੇ ਨੇ ਤਾਂ ਚੰਗੀ ਗੱਲ ਹੈ। ਉਹਨਾਂ ਪ੍ਰਿਤਪਾਲ ਸਿੰਘ ਬਲੀਏਵਾਲ ਦੇ ਟਵੀਟ ਤੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਤਣਾਅ ਦੇ ਵਿੱਚ ਨਹੀਂ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਬੜੇ ਸਿਆਸੀ ਸਮੀਕਰਨ ਬਣ ਰਹੇ ਨੇ, ਬੜੇ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ। ਕਾਂਗਰਸ ਕਹਿ ਰਹੀ ਹੈ ਸਾਡੀ ਸਰਕਾਰ, ਆਮ ਆਦਮੀ ਪਾਰਟੀ ਆਪਣੀ ਸਰਕਾਰ ਦਾ ਦਾਅਵਾ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਦਾਅਵਾ ਕਰ ਰਿਹਾ ਹੈ। ਵੋਟਾਂ ਵਾਲੇ ਦਿਨ ਤੋਂ ਪਹਿਲਾਂ ਵੀ ਕਹਿ ਰਹੇ ਸੀ ਪ੍ਰਕਾਸ਼ ਸਿੰਘ ਬਾਦਲ ਕਿ ਅਸੀਂ 80 ਸੀਟਾਂ ਜਿੱਤਾਂਗੇ। ਸੁਖਬੀਰ ਬਾਦਲ ਵੀ ਕਹਿੰਦੇ ਸੀ ਸਾਡੀ ਸਰਕਾਰ ਬਣੂਗੀ ਤੇ ਹੁਣ ਵੀ ਇਹ ਅਕਾਲੀ ਦਲ ਪਾਰਟੀ ਹੈ ਜਿਹੜੀ ਉਸ ਦੇ ਲੀਡਰ ਵੱਡੇ ਦਾਅਵੇ ਕਰ ਰਹੇ ਨੇ ਕਿ ਪੰਜਾਬ 'ਚ ਸਾਡੀ ਹੀ ਸਰਕਾਰ ਬਣੂਗੀ ਤੇ ਹੁਣ ਮੁੜ ਤੋਂ ਅਕਾਲੀ ਦਲ ਅਤੇ BJP ਦੇ ਗੱਠਜੋੜ ਤੇ
ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ। ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਨੇ ਸੋਮਵਾਰ ਨੂੰ ਕਿਹਾ ਹੈ ਕਿ ਬਹੁਮਤ ਦੇ ਨਾਲ ਸਾਡੀ ਹੀ ਪੰਜਾਬ ਦੇ ਵਿੱਚ ਸਰਕਾਰ ਬਣੂਗੀ ਤੇ ਜੇ ਬਹੁਮਤ ਨਾ ਮਿਲਿਆ ਤਾਂ ਅਸੀਂ ਗੱਠਜੋੜ ਤੇ ਵਿਚਾਰ ਕਰਾਂਗੇ। ਯਾਨੀ ਕਿ ਗੱਠਜੋੜ ਤੇ ਜਿੰਨਾ ਸੌਫਟ ਬਿਆਨ ਵਿਕਰਮ ਮਜੀਠੀਆ ਨੇ ਦਿੱਤਾ ਸੀ ਉਹਨਾਂ ਹੀ ਸਖਤ ਬਿਆਨ ਹੈ ਜਿਹੜਾ ਦਲਜੀਤ ਸਿੰਘ ਚੀਮਾ ਨੇ ਦਿੱਤਾ ਹੈ। ਸੋ 10 ਮਾਰਚ ਨੂੰ ਕੀ ਕੁਝ ਹੋਣ ਵਾਲਾ ਹੈ ਇਸ ਤੇ ਸਭ ਦੀਆਂ ਨਜ਼ਰਾਂ ਨੇ ਤੇ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਦਾ ਘਮਸਾਨ ਵੀ ਤੇਜ਼ ਹੋ ਗਿਆ ਹੈ। ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਦੇ ਇਲਜ਼ਾਮਾਂ ਤੇ ਕੁਲਦੀਪ ਵੈਦ ਨੇ ਪਲਟਵਾਰ ਕੀਤਾ ਹੈ। ਵੈਦ ਨੇ ਕਿਹਾ ਕਿ ਜੇ ਦੁੱਲੋ ਕੋਲ ਸਬੂਤ ਨੇ ਤਾਂ ਸਾਹਮਣੇ ਲਿਆਉਣ, ਬਿਨਾਂ ਤੱਥਾਂ ਤੋਂ ਸੀਨੀਅਰ ਲੀਡਰ ਬਿਆਨ ਦੇਣ ਤੋਂ ਬਚਣ। ਉਹਨਾਂ ਨੇ ਹਾਈਕਮਾਂਡ ਦੇ ਕੋਲ ਮਸਲਾ ਚੁੱਕਣ ਦੀ ਸਲਾਹ ਵੀ ਦਿੱਤੀ ਹੈ। ਦਰਅਸਲ ਸ਼ਮਸ਼ੇਰ ਸਿੰਘ ਦੁੱਲੋ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਉੱਤੇ ਚੋਣਾਂ ਦੇ ਨਾਂ ਤੇ ਹੱਟੀ ਚਲਾਉਣ ਦਾ ਦੋਸ਼ ਲਾ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਨੇ ਵੀ ਇੱਕ ਗਰਮਾ-ਗਰਮ ਬਿਆਨ ਦੇ ਕੇ ਕਹਿ ਦਿੱਤਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਦੇ ਲਈ ਹੱਥ ਮਿਲਾ ਸਕਦੇ ਨੇ। ਉਹਨਾਂ ਦਾ ਬਿਆਨ ਸੀ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਬਿਆਨ ਨੂੰ ਰਿੜਕਿਆ ਜਾ ਰਿਹਾ ਹੈ। ਇਸ ਦੇ ਦਰਮਿਆਨ ਦੁੱਲੋ ਨੇ ਆਪਣੇ ਬਿਆਨ ਦੇ ਵਿੱਚ ਦੋਸ਼ ਲਾਇਆ ਆਪਣੀ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ, ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਲਈ ਟਿਕਟਾਂ ਦੇਣ ਵੇਲੇ ਪੈਸਾ ਤੇ ਭਾਈ ਭਤੀਜਾਵਾਦ ਭਾਰੂ ਰਿਹਾ ਹੈ। ਇੱਥੋਂ ਤੱਕ ਕਿ ਅਜਿਹੇ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਨਾਮ ਮਾਫੀਆ ਜਾਂ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਵਿੱਚ ਬੋਲਦਾ ਰਿਹਾ ਹੈ। ਦੁੱਲੋ ਨੇ ਆਪਣੇ ਬਿਆਨ ਵਿੱਚ ਕਾਂਗਰਸ ਹਾਈਕਮਾਂਡ ਨੂੰ ਵੀ ਘੇਰਿਆ ਹੈ। ਉਹਨਾਂ ਦਾ ਦੋਸ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਮੀਦਵਾਰਾਂ ਦੀ ਅਸਲੀਅਤ ਜਾਣਦਿਆਂ ਹੋਇਆਂ ਵੀ ਟਿਕਟਾਂ ਦੇਣ ਵੇਲੇ ਅੱਖਾਂ ਬੰਦ ਕਰੀ ਰੱਖੀਆਂ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਬਾਰੇ ਉਹਨਾਂ ਦੀ ਬੇਬਾਕ ਟਿੱਪਣੀ ਕਾਫੀ ਚਰਚਾ ਦੇ ਵਿੱਚ ਹੈ, ਕਿਉਂਕਿ ਦੁੱਲੋ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਹਰੀਸ਼ ਚੌਧਰੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵੇਲੇ ਆਪਣੀ ਚੰਗੀ ਦੁਕਾਨਦਾਰੀ ਚਲਾ ਗਏ ਨੇ, ਯਾਨੀ ਕਿ ਟਿਕਟਾਂ ਵੇਚ ਗਏ ਨੇ। ਇਹਦਾ ਸਿੱਧਾ ਮਤਲਬ ਇਹੀ ਨਿਕਲਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਦੀ ਗੱਲ ਕਰ ਲੈਂਦੇ ਹਾਂ ਤਾਂ ਬੋਰਡ ਬਣਾਇਆ ਗਿਆ ਸੀ ਜਿਹੜਾ ਜਾਂਚ ਕਰਨ ਦੇ ਵਾਸਤੇ ਉਸ ਬੋਰਡ ਨੇ ਸਰਕਾਰ ਨੂੰ ਆਪਣੀ ਸੀਲਬੰਦ ਰਿਪੋਰਟ ਹੈ ਜਿਹੜੀ ਉਹ ਸੌਂਪ ਦਿੱਤੀ ਹੈ। ਗਲਤ ਸ਼ਬਦਾਵਲੀ ਛਾਪਣ ਸੰਬੰਧੀ ਚੱਲ ਰਹੇ ਵੱਡੇ ਵਿਵਾਦ ਦੀ ਜਾਂਚ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਆਪਣੀ ਸੀਲਬੰਦ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਨੇ ਦੱਸਿਆ ਕਿ ਗੁਰੂ ਸਾਹਿਬਾਨ ਬਾਰੇ ਵਿਵਾਦਿਤ ਤੱਥਾਂ ਬਾਰੇ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਸ ਤੋਂ ਬਾਅਦ ਬੋਰਡ ਨੇ ਸਾਬਕਾ ਆਈਪੀ ਮਲਹੋਤਰਾ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਸੀ। ਇਸ ਕਮੇਟੀ ਨੇ 700 ਤੋਂ ਵੱਧ ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਹੈ, ਜਿਸ ਨੂੰ ਸਿੱਖਿਆ ਸਕੱਤਰ ਪੰਜਾਬ ਨੂੰ ਸੌਂਪ ਦਿੱਤਾ ਗਿਆ ਹੈ। ਇਸ ਰਿਪੋਰਟ ਸੰਬੰਧੀ ਹੁਣ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੀ ਰਾਏ ਲੈ ਕੇ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ। ਹਾਲਾਂਕਿ ਡਾਕਟਰ ਯੋਗਰਾਜ ਪੜਤਾਲ ਦੇ ਖੁਲਾਸਿਆਂ ਸੰਬੰਧੀ ਕੀਤੇ ਸਵਾਲ ਤੇ ਚੁੱਪ ਹੀ ਰਹੇ ਨੇ ਕਿ ਪੜਤਾਲ ਦੇ ਵਿੱਚ ਕੀ ਕੁਝ ਅਜਿਹਾ ਸਾਹਮਣੇ ਆਇਆ ਹੈ, ਵਿਵਾਦਿਤ ਸਾਹਮਣੇ ਆਇਆ। ਹਾਲਾਂਕਿ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਆਪਾਂ ਸਾਫ਼ ਪੜ੍ਹ ਸਕਦੇ ਹਾਂ ਕਿ ਗੁਰੂ ਸਾਹਿਬਾਨਾਂ ਬਾਰੇ ਕਿੰਨਾ ਇਤਰਾਜ਼ਯੋਗ ਲਿਖਿਆ ਹੈ, ਉਹ ਅਸੀਂ ਤੁਹਾਨੂੰ ਬੋਲ ਕੇ ਦੱਸ ਵੀ ਨਹੀਂ ਸਕਦੇ। ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਡਾਕਟਰ ਯੋਗਰਾਜ ਨੇ ਕਿ ਪੜਤਾਲ ਕਮੇਟੀ ਨੇ ਪੂਰੀ ਮਿਹਨਤ ਦੇ ਨਾਲ ਕੰਮ ਕੀਤਾ ਹੈ, ਜਿਸ ਤੇ ਹੁਣ ਫੈਸਲਾ ਲੈਣ ਦਾ ਅਧਿਕਾਰ ਸਰਕਾਰ ਕੋਲ ਹੀ ਹੈ। ਇਸ ਰਿਪੋਰਟ ਦੇ ਨਾਲ ਐਸਐਸ ਮਾਨ ਵੱਲੋਂ ਲਿਖੀ ਗਈ ਕਿਤਾਬ ਦੇ ਵਿੱਚ ਬਾਕਾਇਦਾ ਤੌਰ ਤੇ ਪੁਰਾਣੇ ਇਤਿਹਾਸਿਕ ਪੱਖਾਂ ਤੋਂ ਇਲਾਵਾ ਹੁਣ ਛਾਪੇ ਗਏ ਇਤਿਹਾਸ ਦੇ ਖਰੜੇ ਵੀ ਭੇਜੇ ਗਏ ਨੇ। ਇਸ ਤੋਂ ਬਾਅਦ ਹੋਰ ਵਿਵਾਦਿਤ ਇਤਿਹਾਸ ਦੀਆਂ ਕਿਤਾਬਾਂ ਬਾਰੇ ਵੇਰਵਿਆਂ ਦੀ ਰਿਪੋਰਟ ਹੈ ਜਿਹੜੀ ਉਹ ਆਉਣੀ ਹਾਲੇ ਬਾਕੀ ਹੈ। ਸੋ ਦੱਸ ਦਿੰਦੇ ਹਾਂ ਕਿ ਵਿਵਾਦਿਤ ਕਿਤਾਬਾਂ ਦੇ ਵਿਰੋਧ ਦੇ ਵਿੱਚ, ਇਹਨਾਂ ਕਿਤਾਬਾਂ ਨੂੰ ਵਾਪਸ ਲੈਣ ਦੀ ਮੰਗ ਦੇ ਵਿੱਚ ਬਲਦੇਵ ਸਿੰਘ ਸਿਰਸਾ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਸ਼ਾਮਿਲ ਰਹੇ ਨੇ, ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਕਿਸਾਨ ਕਮੇਟੀਆਂ ਨੇ, ਜਥੇਬੰਦੀਆਂ ਨੇ, ਉਹਨਾਂ ਦੇ ਲੀਡਰ ਨੇ, ਉਹਨਾਂ ਨੇ ਫਰਵਰੀ ਮਹੀਨੇ ਤੋਂ ਲੈ ਕੇ ਇੱਥੇ ਪੱਕਾ ਮੋਰਚਾ ਲਾਇਆ ਹੋਇਆ। ਉਦੋਂ ਤੱਕ ਜਾਰੀ ਰੱਖਣ ਦਾ ਅਹਿਦ ਲਿਆ ਜਦੋਂ ਤੱਕ ਇਹ ਕਿਤਾਬਾਂ ਵਾਪਸ ਨਹੀਂ ਲੈ ਲਈਆਂ ਜਾਂਦੀਆਂ, ਬੱਚਿਆਂ ਨੂੰ ਪੜ੍ਹਨ ਤੋਂ ਨਹੀਂ ਰੋਕੀਆਂ ਜਾਂਦੀਆਂ। ਲਗਾਤਾਰ ਇਹ ਧਰਨੇ ਤੇ ਬੈਠੇ ਨੇ, ਪਰ ਉਹਨਾਂ ਨੇ ਕਿਹਾ ਕਿ ਜਦੋਂ ਕਿਤਾਬਾਂ ਵਾਪਸ ਲੈ ਲਈਆਂ ਜਾਣਗੀਆਂ ਉਦੋਂ ਹੀ ਉੱਠਾਂਗੇ, ਕਿਉਂਕਿ ਪਿਛਲੇ ਦਿਨੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਵੀ ਮਿਲੇ ਨੇ ਜਾ ਕੇ। ਉਹਨਾਂ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ, ਕਮੇਟੀ ਬਣਾਈ ਹੈ, ਰਿਪੋਰਟ ਸੌਂਪੇਗੀ, ਪਰ ਜਦੋਂ ਤੱਕ ਕਿਤਾਬਾਂ ਵਾਪਸ ਨਹੀਂ ਹੋਣਗੀਆਂ ਅਸੀਂ ਇੱਥੋਂ ਉੱਠਾਂਗੇ ਨਹੀਂ। ਸੋ ਇੱਥੇ ਧਰਨਾ ਜਿਹੜਾ ਲਗਾਤਾਰ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਉਧਰ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਮੁੜ ਤੋਂ ਕਿਸਾਨਾਂ ਦੇ ਮਸਲੇ ਤੇ ਮੋਦੀ ਸਰਕਾਰ ਤੇ ਵਰੇ ਨੇ। ਉਹਨਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੱਤਾ ਬਦਲਣ, ਕਿਸਾਨਾਂ ਦੀ ਸਰਕਾਰ ਬਣਾਉਣ ਦੇ ਲਈ ਇਕਜੁੱਟ ਹੋਣ। ਉਹਨਾਂ ਨੇ ਕਿਹਾ ਕਿ ਰਾਜਪਾਲ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਮੁਲਕ ਦਾ ਦੌਰਾ ਕਰਕੇ ਮੈਂ ਕਿਸਾਨਾਂ ਨੂੰ ਲਾਮਬੰਦ ਕਰਾਂਗਾ। ਸਰਕਾਰ ਨੇ ਕਿਸਾਨਾਂ ਦੇ ਨਾਲ ਅੱਧਾ ਅਧੂਰਾ ਸਮਝੌਤਾ ਕਰਕੇ ਕਹਿੰਦੇ ਧਰਨਾ ਚੁੱਕ ਦਿੱਤਾ ਹੈ, ਪਰ ਮਾਮਲਾ ਜਿਉਂ ਦਾ ਤਿਉਂ ਹੈ। ਮਲਿਕ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇ ਦੋਸਤ ਪਾਣੀਪਤ ਦੇ ਵਿੱਚ 50 ਏਕੜ ਜ਼ਮੀਨ ਦੇ ਵਿੱਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖਰੀਦਣ ਦੀ ਆਸ ਲਾਈ ਬੈਠੇ ਨੇ। ਉਹ ਇੱਥੇ ਕੰਡੇਲਾ ਵਿੱਚ ਹਰਿਆਣਾ ਦੇ ਵਿੱਚ ਪਹੁੰਚੇ ਹੋਏ ਸੀ। ਕੰਡੇਲਾ ਖਾਪ ਤੇ ਮਾਜਰਾ ਖਾਪ ਵੱਲੋਂ ਕਰਵਾਏ ਗਏ ਕਿਸਾਨ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸੀ।
ਇਸ ਤੋਂ ਪਹਿਲਾਂ ਮੇਘਾਲਿਆ ਦੇ ਰਾਜਪਾਲ ਨੇ ਲਗਾਤਾਰ ਕਈ ਵਾਰੀ ਕਿਸਾਨਾਂ ਦੇ ਹੱਕ ਵਿੱਚ ਬਿਆਨ ਦਿੱਤੇ ਨੇ। ਮੋਦੀ ਸਰਕਾਰ ਨੂੰ ਕਈ ਵਾਰੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ, ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਕਿਸਾਨਾਂ ਦੇ ਮੁੱਦੇ ਤੇ ਉਹ ਪ੍ਰਧਾਨ ਮੰਤਰੀ ਨੂੰ ਮਿਲ ਵੀ ਚੁੱਕੇ ਹਨ ਅਤੇ ਜਦੋਂ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ, ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ ਸੀ, ਉਦੋਂ ਵੀ ਮਲਿਕ ਨੇ ਸਿੱਖਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਸੀ। ਚੰਡੀਗੜ੍ਹ ਤੋਂ ਖਬਰ ਹੈ, ਜਿੱਥੇ ਬੀਮਾ ਪਾਲਿਸੀ ਦੇ ਨਾਂ ਤੇ ਇੱਕ ਬਜ਼ੁਰਗ ਦੇ ਨਾਲ 1 ਕਰੋੜ 53 ਲੱਖ ਦੀ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ। ਮੋਹਾਲੀ ਦੇ ਰਹਿਣ ਵਾਲੇ 28 ਸਾਲਾ ਵਿਪੁਲ ਸੋਨੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਸਾਧੂ ਸਿੰਘ ਨਾਮੀ ਵਿਅਕਤੀ ਦੀ ਬੀਮਾ ਪਾਲਿਸੀ ਪੂਰੀ ਹੋਣ ਦਾ ਦਾਅਵਾ ਕਰਕੇ ਸਾਰੀ ਜਾਣਕਾਰੀ ਹਾਸਲ ਕਰ ਲਈ ਤੇ ਬੈਂਕ ਖਾਤੇ ਵਿੱਚ ਪਏ 1 ਕਰੋੜ 53 ਲੱਖ ਰੁਪਏ ਸਾਫ਼ ਕਰ ਦਿੱਤੇ। ਇਸ ਦੇ ਸੈਕਟਰ 34 ਦੇ ਰਹਿਣ ਵਾਲੇ ਸਾਧੂ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਮੁਲਜ਼ਮ ਪਿਛਲੇ 7 ਸਾਲਾਂ ਤੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।